ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੁਰਜੀਤ ਸਿੰਘ ਝਵੇਲਵਾਲੀ ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਿਸਾਨ ਅੰਦੋਲਨ ਤੇ ਨਾਲ ਆਰਗੈਨਿਕ ਖੇਤੀ ਬਾਰੇ। ਸਾਡੇ ਅੱਜ ਦੇ ਮਹਿਮਾਨ ਹੋਣਗੇ ਪੰਜਾਬ ਤੋਂ ਕਮਲਜੀਤ ਸਿੰਘ ਜੀ ਹੇਰ। ਕੁਛ ਉਹਨਾਂ ਨਾਲ ਖੁੱਲੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਸੁਰਜੀਤ ਭਾਜੀ ਤੁਹਾਨੂੰ ਸਾਂਝਾ ਪੰਜਾਬ ਜੀਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਬਾਬ ਸਾਹਿਬ, ਤੁਹਾਨੂੰ ਤੇ ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ। ਅੱਜ ਤੁਹਾਡਾ ਨਹੀਂ, ਹੁਣ ਸਾਡਾ ਅੱਜ ਨਾ ਸੰਤ ਸਾਡੇ ਬਹੁਤ ਮਹਾਨ ਸੰਤ ਵੈਲੈਂਟਾਈਨ ਦਾ ਜਨਮ ਦਿਨ ਹੈ। ਅੱਜ ਉਹਨਾਂ ਦਾ ਦਿਨ ਮਨਾਇਆ ਜਾਂਦਾ ਹੈ। ਜਿਵੇਂ ਨਾ ਜਿਹੜੇ ਸਾਡੇ ਯਰੂਸ਼ਲਮ ਤੋਂ ਜਿੰਨੇ ਵੀ ਮਤਲਬ ਧਰਮ ਚੱਲੇ, ਜਿਨ੍ਹਾਂ 'ਚ ਮੁੱਖ ਧਰਮ ਸਾਡੇ ਕ੍ਰਿਸਚਨ ਭਾਈਚਾਰੇ ਦਾ ਹੈ ਜੀ, ਇਹਨਾਂ ਦੇ ਬਹੁਤ ਵੱਡੇ ਸੰਤ ਹੋਏ ਆ। ਸੰਤ ਤੇ ਫਕੀਰ ਜਿਹੜੇ ਆ ਨਾ, ਉਹ ਸਾਰੇ ਧਰਮਾਂ 'ਚ ਹੀ ਹੋਏ ਆ। ਸੰਤ ਸੇਂਟ ਪੌਲ, ਸੇਂਟ ਲੂਇਸ, ਤੇ ਉਹਨਾਂ ਵਰਗੀ ਸ਼ਖਸੀਅਤ ਸੰਤ ਵੈਲੈਂਟਾਈਨ, ਅੱਜ ਉਹਨਾਂ ਦਾ ਦਿਨ ਹੈ। ਅਤੇ ਮੈਂ ਪ੍ਰੋਗਰਾਮ ਸਾਰਿਆਂ ਨੂੰ ਹੀ ਸੰਤ ਵੈਲੈਂਟਾਈਨ ਦੀ ਬਹੁਤ ਬਹੁਤ ਮੈਂ ਮੁਬਾਰਕ ਦਿੰਦਾ। ਉਹਨਾਂ ਨੂੰ ਯਾਦ ਕਰਦੇ ਹਾਂ, ਭਰ 'ਚ ਮਨਾਇਆ ਜਾਂਦਾ ਜੀ, ਉਹਨਾਂ ਦੀ ਕੁਰਬਾਨੀ ਨੂੰ ਬੇਸਿਕਲੀ ਯਾਦ ਕੀਤਾ ਜਾਂਦਾ ਹੈ। ਅੱਜ ਵਲਵਲੇ ਤਾਂ ਬਹੁਤ ਹੈ, ਦਰਸ਼ਕਾਂ ਤੁਹਾਡੇ ਨਾਲ ਸਾਂਝੇ ਕਰਨੇ ਆ, ਪਰ ਮੈਂ ਨਾ ਬਹੁਤ ਸਮਾਂ ਇਹ ਜਿਹੜਾ ਪ੍ਰੋਗਰਾਮ ਹੈ ਨਾ ਜੀ, ਇਹ ਜਾਤਾਂ, ਧਰਮਾਂ, ਇਹ ਹੱਦਬੰਦੀਆਂ, ਇਹ ਦੇਸ਼ਾਂ, ਇਹ ਫਿਰਕਿਆਂ ਤੋਂ ਉੱਪਰ ਉੱਠ ਕੇ ਨਾ, ਇਹ ਸਮੁੱਚੀ ਧਰਤੀ ਮਾਂ ਦਾ ਪ੍ਰੋਗਰਾਮ ਹੈ, ਪਾਣੀ ਦਾ ਪ੍ਰੋਗਰਾਮ ਹੈ, ਪੌਦਿਆਂ ਦਾ ਪ੍ਰੋਗਰਾਮ ਹੈ, ਸਰਬੱਤ ਦੇ ਭਲੇ ਦਾ ਪ੍ਰੋਗਰਾਮ ਹੈ। ਅਤੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਮੈਂ ਬਹੁਤਾ ਸਮਾਂ ਨਹੀਂ ਲੈਂਦਾ। ਅੱਜ ਅਸੀਂ ਕਮਲਜੀਤ ਹੇਰ ਹੋਰਾਂ ਨਾਲ, ਬਾਈ ਹੋਰਾਂ ਨਾਲ ਗੱਲ ਕਰਾਂਗੇ। ਤੁਸੀਂ ਫੋਨ ਮਿਲਾ ਲਓ, ਮੈਂ ਉਹਨਾਂ ਬਾਰੇ ਇੱਕ ਅੱਧਾ ਗੱਲ ਜ਼ਰੂਰ ਦੱਸੂੰਗਾ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੱਖਰਾ ਰਾਹ ਅਪਣਾਇਆ ਨਾ, ਤਾਂ ਕਹਿੰਦੇ ਵੀ ਕੋਈ ਆਖੇ ਪੂਤਨਾ ਕੋਈ ਬੇਤਾਲਾ, ਕੋਈ ਉਹਨਾਂ ਨੂੰ ਕਹਿੰਦਾ ਸੀ ਬੇਤਾਲਾ ਹੈ, ਇਹ ਗਲਤ ਰਸਤੇ ਚੱਲ ਪਿਆ। ਇਸ ਤਰ੍ਹਾਂ ਨਾ ਬਾਈ ਕਮਲਜੀਤ ਹੇਰ ਆ ਜਿਹੜੇ, ਇਹ ਵਕਾਲਤ ਕਰਦੇ ਸੀ, ਬਹੁਤ ਵਧੀਆ ਪ੍ਰੈਕਟਿਸ ਸੀ, ਚੰਗੇ ਪੈਸੇ ਕਮਾਉਂਦੇ ਸੀ। ਜਿਹੜਾ ਗੋਰਿਆਂ ਨੇ ਮਾਡਲ ਦਿੱਤਾ ਨਾ ਸਾਨੂੰ, ਸੂਟਡ ਬੂਟਡ ਸੋਹਣੇ ਕੱਪੜਿਆਂ ਦਾ ਮਾਡਲ, ਕਿਰਤ ਤੋਂ ਦੂਰ, ਧਰਤੀ ਤੋਂ ਦੂਰ। ਮਨੁੱਖ ਧਰਤੀ ਦਾ ਜੀਵ ਹੈ, ਬਟ ਉਹ ਬੂਟਾਂ 'ਚ, ਬਿਲਡਿੰਗਾਂ 'ਚ, ਸੋਹਣੇ ਕੱਪੜਿਆਂ 'ਚ ਘਿਰ ਗਿਆ, ਕੈਦ ਹੋ ਗਿਆ। ਇੱਕ ਪਾਸੇ ਲਗਜ਼ਰੀ ਲਾਈਫ ਸੀ, ਵਧੀਆ ਮਰਸੀਡੀਜ਼ ਗੱਡੀਆਂ ਸੀ, ਚੰਡੀਗੜ੍ਹ ਦੀ ਲਾਈਫ ਸੀ। ਉਹਨਾਂ ਕੋਲ 2-3 ਫਿਊਚਰ ਸੀ। ਇੱਕ ਤਾਂ ਉਹ ਐਡੀਸ਼ਨਲ ਸੈਸ਼ਨ ਜੱਜ ਬਣ ਸਕਦੇ ਸੀ, ਉਹ ਡਿਪਟੀ ਐਡਵੋਕੇਟ ਜਨਰਲ ਬਣ ਸਕਦੇ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜੀ। ਬਟ ਕਮਲਜੀਤ ਹੇਰ ਨੇ ਐਡੀਸ਼ਨਲ ਸੈਸ਼ਨ ਜੱਜ ਬਣਨਾ ਸਵੀਕਾਰ ਨਹੀਂ ਕੀਤਾ, ਨਾ ਡਿਪਟੀ ਐਡਵੋਕੇਟ ਬਣਨ ਸਵੀਕਾਰ ਕੀਤਾ। ਸੋਹਣੇ ਕੋਟ ਪੈਂਟ ਲਾ ਕੇ, ਕੱਪੜੇ ਪਾ ਕੇ, ਪਿੰਡਾਂ ਵਾਲੇ ਕੁੜਤੇ ਪਜਾਮੇ ਨੂੰ ਅਡੋਪਟ ਕੀਤਾ ਉਹਨਾਂ ਨੇ। ਇਹ ਬਹੁਤ ਔਖਾ ਕੰਮ ਸੀ। ਪਰਿਵਾਰ ਸਾਰੇ ਅਫੋਰਡ ਹੀ ਨਹੀਂ ਕਰਦੇ। ਮੈਂ ਕਹਿੰਦਾ ਜੇ ਕਿਤੇ ਕੈਨੇਡਾ ਵਿੱਚ ਹੁੰਦੇ ਤਾਂ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਸਦਾ ਵਾਸਤੇ ਛੱਡ ਜਾਣਾ ਸੀ। ਪਰ ਉਹ ਪਰਿਵਾਰ ਦੀ ਵੀ ਕੁਰਬਾਨੀ ਹੈ ਵੀ ਇਹਨਾਂ ਨੂੰ ਚੰਗੇ ਮਾੜਿਆਂ ਨੂੰ ਗੱਲ ਲਾਇਆ। ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਪਿਤਾ ਸੀ ਨਾ, ਮਹਿਤਾ ਕਲਿਆਣ ਦਾਸ ਅਤੇ ਸਹੁਰਾ ਮੂਲ ਚੰਦ, ਉਹ ਦੋਨੇ ਉਹਨਾਂ ਨੂੰ ਪੂਤਨਾ ਬੇਤਾਲਾ ਆਂਦੇ ਸੀ। ਇਸੇ ਤਰ੍ਹਾਂ ਬਾਈ ਕਮਲਜੀਤ ਨੂੰ ਨਾ ਲੋਕਾਂ ਨੇ ਐਂ ਕਿਹਾ ਵੀ ਪੂਤਨਾ ਹੈ, ਬੇਤਾਲਾ ਹੈ, ਵਕੀਲ ਹੈ, ਚੰਗਾ ਭਲਾ ਮੌਜਾਂ ਕਰਦਾ, ਇਹਨੂੰ ਕੀ ਲੋੜ ਪੈ ਗਈ ਉੱਥੇ ਬਰਾਨੀ ਵਾਹਣਾ ਜਾ ਕੇ ਮੱਥਾ ਮਾਰੇ, ਤੁਹਾਡੇ ਪੰਜਾਬ ਦੀ ਜ਼ਮੀਨ ਬਚਾਵੇ, ਪੰਜਾਬ ਦਾ ਇੱਕ ਇੱਕ ਪੌਦਾ ਬਚਾਵੇ, ਪਾਣੀ ਬਚਾਵੇ। ਜਿਵੇਂ ਜਪਾਨ ਦੇ ਫਕੂਕਾ ਨੇ ਵਿਗਿਆਨੀ ਹੋ ਕੇ ਅਸਤੀਫਾ ਦੇ ਕੇ ਤੇ ਖੇਤ 'ਚ 28 ਸਾਲ ਲਾਏ ਸੀ ਨਾ, 10 ਸਾਲਾਂ ਤੋਂ ਬਾਈ ਕਮਲਜੀਤ ਇਸੇ ਤਰ੍ਹਾਂ ਇਹਨਾਂ ਨੇ ਵੀ, ਮੈਂ ਇਹਨਾਂ ਨੂੰ ਸਾਡਾ ਪੰਜਾਬੀ ਫਕੂਕਾ ਕਹਿ ਸਕਦਾ। ਥੋੜ੍ਹੇ ਜਿਹੇ ਕਪਲ ਫਾਰਮਰਸ ਨੇ, ਆਪਾਂ ਅੱਜ ਉਹਨਾਂ ਨਾਲ ਗੱਲ ਕਰਾਂਗੇ ਵੀ ਬਾਈ ਜੀ ਸਫ਼ਰ ਕਿਵੇਂ ਸ਼ੁਰੂ ਕੀਤਾ। ਬਾਈ ਜੀ ਲਾਈਨ 'ਤੇ ਨੇ। ਅੱਛਾ ਬਾਈ ਕਮਲਜੀਤ ਜੀ, ਤੁਹਾਡਾ ਪ੍ਰੋਗਰਾਮ 'ਚ ਬਹੁਤ ਸਵਾਗਤ ਹੈ, ਤਹਿ ਦਿਲੋਂ ਸਵਾਗਤ ਹੈ। ਔਰ ਕੈਨੇਡਾ ਦੇ ਵਾਸੀ ਔਰ ਜਿੱਥੇ ਡਾਇਸਪੋਰਾ ਸਾਡੀ ਆਵਾਜ਼ ਨੂੰ ਸੁਣਦੇ ਆ। ਧੰਨਵਾਦ, ਥੈਂਕ ਯੂ। ਤੇ ਹੁਣ ਤੁਸੀਂ ਕਰੋ ਗੱਲ, ਅਸੀਂ ਤਾਂ ਤੁਹਾਨੂੰ ਸੁਣਾਂਗੇ ਤੇ ਨਿੱਕੇ ਮੋਟੇ ਕੁਐਸਚਨ ਕਰਾਂਗੇ ਤੁਹਾਡੇ। ਸਾਂਝਾ ਪੰਜਾਬ ਟੀਵੀ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਥੈਂਕ ਯੂ ਸੋ ਮਚ। ਤੁਸੀਂ ਸਾਡੇ ਵਾਸਤੇ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਮੇਰਾ ਨਾਮ ਕਮਲਜੀਤ ਸਿੰਘ ਹੇਰ ਹੈ ਜੀ। ਮੈਂ ਇੱਕ ਵਕੀਲ ਸੀ, ਵਕਾਲਤ ਕਰਦਾ ਸੀ ਮੁਕਤਸਰ। ਸੰਨ 2000 ਤੋਂ ਲੈ ਕੇ 2015 ਤੱਕ ਵਕਾਲਤ ਕੀਤੀ, 15 ਸਾਲ। 2013 ਦੇ ਵਿੱਚ ਮੇਰਾ ਮੇਲ ਹੋ ਗਿਆ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨਾਲ। ਖੇਤੀ ਵਿਰਾਸਤ ਮਿਸ਼ਨ ਇੱਕ NGO ਹੈਗਾ ਜੈਤੋ ਵੇਸਟ, ਉਹਨਾਂ ਦੇ ਜ਼ਰੀਏ ਮੇਰਾ ਮੇਲ ਹੋਇਆ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨਾਲ। ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਇੱਕ ਮਾਈਕਰੋਬਾਇਓਲੋਜਿਸਟ ਸੀਗੇ। ਹੈਦਰਾਬਾਦ ਇੱਕ ਇੰਸਟੀਚਿਊਟ ਹੈਗਾ ਐਗਰੀਕਲਚਰ ਦੇ ਉੱਪਰ, ICRISAT, ਉਹਦੇ ਵਿੱਚ ਮਾਈਕਰੋਬਾਇਓਲੋਜਿਸਟ ਸੀਗੇ। ਉਹਨਾਂ ਦਾ ਜਨਮ ਹਿਸਾਰ ਦਾ ਸੀਗਾ, ਅਨਡਿਵਾਈਡਡ ਪੰਜਾਬ ਸੀ ਉਦੋਂ, ਤੇ ਉਹਨਾਂ ਦੀ
ਦੀ ਮਾਂ ਬੋਲੀ ਪੰਜਾਬੀ ਸੀ ਤੇ ਉਹ ਕਹਿੰਦੇ ਸੀ ਕਿ ਮਾਂ ਬੋਲੀ ਪੰਜਾਬੀ ਦਾ ਮੇਰੇ ਸਿਰ ਕਰਜ਼ ਹੈ ਤੇ ਮੈਂ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਤਾਂ ਉਹਨਾਂ ਨੇ ਉੱਥੇ ਖੇਤੀ ਖੋਜ ਸੰਸਥਾਨ ਦੇ ਵਿੱਚ ਕੰਮ ਕਰਦਿਆਂ ਉਹਨਾਂ ਨੂੰ ਲੱਗਿਆ ਇਹ ਕਿ ਜਿਹੜਾ ਖੇਤੀ ਦਾ ਪ੍ਰੈਜ਼ੈਂਟ ਮਾਡਲ ਹੈ ਜਿਹੜਾ ਇਹ ਮਾਡਲ ਸਸਟੇਨੇਬਲ ਮਾਡਲ ਨਹੀਂ ਹੈਗਾ। ਇਸ ਮਾਡਲ ਨੇ ਜਿਹੜਾ ਹੈਗਾ ਇਹਦੀ ਉਮਰ ਬਹੁਤ ਥੋੜੀ ਹੈ ਤੇ ਪੰਜਾਬ ਦੇ ਵਿੱਚ ਇਹਦੇ ਬਹੁਤ ਭਿਆਨਕ ਸਿੱਟੇ ਨਿਕਲਣਗੇ। ਤਾਂ ਉਹਨਾਂ ਨੂੰ ਲੱਗਿਆ ਕਿ ਮੈਨੂੰ ਪੰਜਾਬ ਲਈ ਕੁਝ ਕਰਨਾ ਚਾਹੀਦਾ ਤੇ ਉਹਨਾਂ ਨੇ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ ਉੱਥੋਂ ਹਿਕਰੀ ਸੈਟ ਤੋਂ ਉਹਦੇ ਜਹਾਜ਼ ਚੜੇ ਪੰਜਾਬ ਆ ਗਏ। ਪੰਜਾਬ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਡਾਇਰੈਕਟਰ ਉਮਿੰਦਰ ਦੱਤ ਜੀ ਦੇ ਨਾਲ ਸੰਪਰਕ ਕਰਕੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਖੜੀ ਕਰਨ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਕਿ ਪੰਜਾਬ ਦੇ ਵਿੱਚ ਇੱਕ ਅਲਟਰਨੇਟਿਵ ਮਾਡਲ ਦੇ ਉੱਤੇ ਕੰਮ ਕਰੀਏ। ਤਾਂ ਉਸ ਮਾਡਲ ਦੇ ਉੱਤੇ ਉਹਨਾਂ ਨੇ 2009 ਤੋਂ ਕੰਮ ਸ਼ੁਰੂ ਕੀਤਾ ਤੇ 2012 ਦਾ ਐਂਡ ਆਉਂਦੇ ਉਹਨਾਂ ਨੂੰ ਕੋਈ ਖਾਸ ਸਫਲਤਾ ਪ੍ਰਾਪਤ ਨਾ ਹੋਈ। ਤਾਂ 2012 ਦੇ ਐਂਡ ਦੇ ਵਿੱਚ ਉਹਨਾਂ ਨੇ 29, 30 ਤੇ 31 ਦਸੰਬਰ 2012 ਨੂੰ ਜੈਤੋ ਦੇ ਵਿੱਚ ਇੱਕ ਮੀਟਿੰਗ ਕਾਲ ਕੀਤੀ। ਜਿਹੜੇ ਆਰਗੈਨਿਕ ਫਾਰਮਰ ਸੀਗੇ ਜਿਹੜੇ ਗਿਣਵੇਂ ਚੁਣਵੇਂ ਕੰਮ ਕਰਦੇ ਸੀ ਉਦੋਂ ਉਹਨਾਂ ਨੂੰ ਬੁਲਾਇਆ ਤੇ ਉਸ ਮੀਟਿੰਗ ਦੇ ਵਿੱਚ ਕੁਦਰਤੋਂ ਮੈਂ ਵੀ ਪਹੁੰਚ ਗਿਆ। ਤਾਂ ਉਸ ਮੀਟਿੰਗ ਦੇ ਵਿੱਚ ਡਾਕਟਰ ਪਹਿਲਾ ਨਾਲ ਮੇਰਾ ਫਸਟ ਟਾਈਮ ਮੇਲ ਹੋਇਆ। ਤਾਂ ਉਦੋਂ ਉਹਨਾਂ ਨੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੀ ਸਟ੍ਰੈਟਜੀ ਬਦਲੀ। ਉਹ ਕਹਿੰਦੇ ਕਿ ਮੈਂ ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸਮਝਾਉਂਦਾ ਰਿਹਾ ਅਲਟਰਨੇਟਿਵ ਮਾਡਲ ਦੇ ਬਾਰੇ ਦੇ ਵਿੱਚ ਇੱਕ ਬਲੈਕ ਬੋਰਡ ਦੇ ਉੱਤੇ ਖੜ ਕੇ, ਪਰ ਹੁਣ ਮੈਨੂੰ ਇਹ ਲੱਗਿਆ ਹੈਗਾ ਕਿ ਉਸ ਦੇ ਨਾਲ ਸਾਡੀ ਮੂਵਮੈਂਟ ਬਿਲਡ ਨਹੀਂ ਹੋਣੀ। ਮੈਨੂੰ ਇੱਕ ਅੱਖੀ ਦਿਖਣ ਵਾਲਾ ਇੱਕ ਮਾਡਲ ਜਿਹੜਾ ਹੈਗਾ ਉਹ ਪੰਜਾਬ ਦੇ ਕਿਸਾਨੀ ਦੇ ਸਨਮੁਖ ਪੇਸ਼ ਕਰਨਾ ਚਾਹੀਦਾ ਹੈ। ਤਾਂ ਹੁਣ ਮੈਂ ਇੱਕ ਮਾਡਲ ਖੜਾ ਕਰੂੰਗਾ, ਫਿਰ ਉਸ ਮਾਡਲ ਨੂੰ ਅਸੀਂ ਸਪਰੈਡ ਕਰਾਂਗੇ। ਤਾਂ ਮੇਰਾ ਉਦੋਂ ਫਸਟ ਟਾਈਮ ਮੇਲ ਹੋਇਆ ਡਾਕਟਰ ਪਹਿਲਾ ਨਾਲ। ਤਾਂ ਮੈਂ ਉਹਨਾਂ ਨੂੰ ਕਿਹਾ ਜੀ ਮਾਡਲ ਮੇਰੇ ਖੇਤ ਦੇ ਵਿੱਚ ਖੜਾ ਕਰੋ। ਉਹ ਕਹਿੰਦੇ ਕਾਕਾ ਤੇਰੇ ਖੇਤ 'ਚ ਮੈਂ ਤੇਰੇ ਨਾਲ ਕੰਮ ਨਹੀਂ ਕਰ ਸਕਦਾ, ਨਾ ਤੇਰੇ ਕੋਲ ਤਜਰਬਾ ਹੈਗਾ, ਨਾ ਤੇਰੀ ਫੈਮਿਲੀ ਸਪੋਰਟ ਕਰਦੀ ਹੈਗੀ ਹੈ, ਨਾ ਤੇਰੇ ਕੋਲ ਲੇਬਰ ਹੈਗੀ ਹੈ, ਮੈਂ ਤੇਰੇ ਨਾਲ ਕੰਮ ਨਹੀਂ ਕਰ ਸਕਦਾ। ਤਾਂ ਐਨੀ ਹੋ ਮੈਂ ਡਾਕਟਰ ਪਹਿਲਾ ਨੂੰ ਹੌਲੀ ਕਰਕੇ ਮਨਾ ਲਿਆ। ਤਾਂ ਉੱਥੋਂ ਹੀ ਸਫ਼ਰ ਸ਼ੁਰੂ ਹੋਇਆ। 2012 ਦੇ ਦਸੰਬਰ ਦੀ ਗੱਲ ਹੈਗੀ, ਐਂਡ ਦਸੰਬਰ ਦੀ ਗੱਲ ਹੈਗੀ ਹੈ। ਤਾਂ ਜਦੋਂ ਸਮਝ ਬਣੀ ਸਾਰੀ ਕਿ ਜਿਹੜਾ ਅਸੀਂ ਤਾਂ ਬਹੁਤ ਵੱਡੇ ਸੰਕਟ ਦੇ ਵਿੱਚ ਆਉਣ ਵਾਲੇ ਹੈਗੇ ਆ, ਤਾਂ ਉਸ ਸਮੇਂ ਡਾਕਟਰ ਪਹਿਲਾ ਦੀ ਜਿਹੜੀ ਵਰਡਿੰਗ ਸੀਗੀ ਉਹ ਕਹਿੰਦੇ ਸੀ ਕਿ ਪੰਜਾਬ ਇਜ਼ ਅ ਡਾਈਂਗ ਸਿਵਲਾਈਜੇਸ਼ਨ। ਵਿਦਨ ਕਮਿੰਗ 10 years ਪੰਜਾਬ ਦੇ ਵਿੱਚ ਜਿਹੜਾ ਹੈਗਾ ਇੰਟੈਲੈਕਚੁਅਲ ਕਲਾਸ ਮਾਈਗ੍ਰੇਟ ਕਰ ਚੁੱਕੀ ਇੱਥੋਂ ਤੇ ਵਿਦਨ ਕਮਿੰਗ 10 years ਇੱਥੋਂ ਦੀ ਜਿਹੜੀ ਹੈਗੀ ਹੈ ਜ਼ਮੀਨ ਬੰਜਰ ਹੋ ਜਾਊਗੀ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਇੱਥੋਂ ਦਾ ਕਿਸਾਨ ਆਤਮ ਹੱਤਿਆ ਕਰੂਗਾ। ਇਹ ਬਹੁਤ ਵੱਡੀ ਗੱਲ ਸੀ ਇਹ ਗੱਲ ਕਹਿਣੀ 2013 ਦੇ ਵਿੱਚ ਆ ਕੇ, ਜਦੋਂ ਪੰਜਾਬ ਦਾ ਕਿਸਾਨ ਝੋਨੇ ਕਣਕ ਦੇ ਫਸਲੀ ਚੱਕਰ ਤੋਂ ਬਾਸਮਤੀ ਦਾ ਉਸ ਸਾਲ ਰੇਟ ਬਹੁਤ ਵੱਧ ਮਿਲਿਆ ਸੀ, ਲੱਖ ਰੁਪਇਆ ਕਿੱਲੇ ਦਾ ਲੋਕਾਂ ਨੇ ਬਾਸਮਤੀ ਤੋਂ ਕਮਾਇਆ ਸੀ। ਉਦੋਂ ਕਿਸੇ ਬਾਹਰਲੇ ਬੰਦੇ ਨੇ ਆ ਕੇ ਇਹ ਗੱਲ ਕਹਿਣਾ ਕਿ ਇੱਥੋਂ ਦਾ ਕਿਸਾਨ ਆਤਮ ਹੱਤਿਆ ਕਰੂਗਾ ਤਾਂ ਬਹੁਤ ਵੱਡੀ ਗੱਲ ਸੀ। ਡਾਕਟਰ ਪਹਿਲਾ ਨੇ ਕਿਹਾ ਕਿ ਮੈਨੂੰ ਬੜਾ ਵਿਰੋਧ ਹੋਇਆ ਉਸ ਸਮੇਂ ਡਾਕਟਰ ਪਹਿਲਾ ਦੀ ਇਹ ਸਟੇਟਮੈਂਟ ਦਾ ਵੀ ਕਿ ਇਹਨਾਂ ਨੂੰ ਕੀ ਪਤਾ ਖੇਤੀ ਕੀ ਹੁੰਦੀ, ਅਸੀਂ ਪੰਜਾਬ ਦੇ ਲੋਕ ਖੇਤੀ ਕਰਨ ਜਾਣਦੇ ਆ। ਡਾਕਟਰ ਪਹਿਲਾ ਨੇ ਕਿਹਾ ਕਿ ਮੈਨੂੰ ਗੁੱਸਾ ਨਹੀਂ ਆਉਂਦਾ, ਮੈਨੂੰ ਤਰਸ ਆਉਂਦਾ ਹੈ ਕਿ ਇਹਨਾਂ ਭੋਲਿਆਂ ਨੂੰ ਪਤਾ ਨਹੀਂ ਹੈਗਾ ਇਹਨਾਂ ਦੇ ਕੀ ਸੰਕਟ ਆਉਣ ਵਾਲਾ ਹੈਗਾ, ਕੀ ਇਹਨਾਂ ਦਾ ਬਣਨ ਵਾਲਾ ਹੈਗਾ, ਇੱਥੇ ਬਿਮਾਰੀਆਂ ਦੇ ਹੜ੍ਹ ਆ ਜਾਣੇ ਹੈਗੇ। ਜਿਹੜਾ ਮਾਡਲ ਐਗਰੀਕਲਚਰ ਦਾ ਅਸੀਂ ਅਡਾਪਟ ਕਰ ਲਿਆ, ਇਹਦੀ ਮਾਡਲ ਦੀ ਉਮਰ ਹੀ 40-50 ਸਾਲ ਸੀ, ਉਹ ਉਮਰ ਆਪਣੀ ਹੰਢਾ ਚੁੱਕਿਆ ਹੈ। ਹੁਣ ਸਾਨੂੰ ਬਦਲਵੇਂ ਮਾਡਲ ਤੇ ਕੰਮ ਕਰਨਾ ਪੈਣਾ ਹੈ ਤੇ ਬਦਲਵੇਂ ਮਾਡਲ ਦੀ ਕੰਪੈਟੀਬਿਲਿਟੀ ਸਾਨੂੰ ਦੇਖਣੀ ਪੈਣੀ ਹੈ ਪੰਜਾਬ ਦੇ ਵਿੱਚ। ਅਸੀਂ ਇਹ ਨਹੀਂ ਹੈਗਾ ਕਿ ਇੱਕ ਬਿਹਾਰ ਦਾ ਮਾਡਲ ਚੱਕ ਕੇ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਬਿਲਕੁਲ ਜੀ ਆ ਰਹੀ ਤੁਹਾਡੀ ਆਵਾਜ਼। ਸਹੀ ਹੈ। ਹਾਂਜੀ, ਇਹ ਨਹੀਂ ਹੈਗਾ ਕਿ ਅਸੀਂ ਬਿਹਾਰ ਦਾ ਮਾਡਲ ਚੱਕ ਕੇ ਇੱਥੇ ਲਾਗੂ ਕਰ ਲਾਂਗੇ, ਇਹ ਵੀ ਨਹੀਂ ਹੈਗਾ ਕਿ ਅਸੀਂ ਸਿੱਕਮ ਦਾ ਮਾਡਲ ਚੱਕ ਕੇ ਇੱਥੇ ਲਾਗੂ ਕਰ ਲਾਂਗੇ। ਟੋਟਲੀ ਡਿਫਰੈਂਟ ਹੈ। ਉੱਥੋਂ ਦਾ এনवायरमेंट ਹੋਰ ਹੈ, ਉੱਥੋਂ ਦਾ ਸੋਇਲ ਟੈਕਸਚਰ ਹੋਰ ਹੈ, ਉੱਥੋਂ ਦਾ ਸੋਸ਼ਲ ਸਟਰਕਚਰ ਹੋਰ ਹੈ, ਉੱਥੋਂ ਦੇ ਇਕਨੋਮਿਕ ਹਾਲਾਤ ਹੋਰ ਹੈ। ਸਾਨੂੰ ਪੰਜਾਬ ਦੇ ਹਾਲਾਤਾਂ ਦੇ ਮੁਤਾਬਕ ਇੱਕ ਪੰਜਾਬ ਦਾ ਐਗਰੀਕਲਚਰ ਮਾਡਲ ਕੀ ਹੋਵੇ ਇਹਦੇ ਤੇ ਕੰਮ ਕਰਨਾ ਪੈਣਾ ਹੈ। ਤਾਂ ਉਸ ਮਾਡਲ ਦੀ ਸਾਨੂੰ ਖੋਜ ਕਰਨੀ ਪੈਣੀ ਹੈ। ਹੁਣ ਬਹੁਤ ਹਾਲਾਤ ਬਦਲੇ ਨੇ। ਜਦੋਂ ਗ੍ਰੀਨ ਰੈਵੋਲੂਸ਼ਨ ਆਉਣ ਤੋਂ ਪਹਿਲਾਂ ਜਿਹੜਾ ਮਾਡਲ ਸੀ ਸਾਡੀ ਖੇਤੀ ਦਾ, ਉਸ ਮਾਡਲ ਨੂੰ ਅਸੀਂ ਅੱਜ ਪੰਜਾਬ ਦੇ ਵਿੱਚ ਹੂਬਹੂ ਲਾਗੂ ਨਹੀਂ ਕਰ ਸਕਦੇ। ਅਸੀਂ ਬਲਦਾਂ ਨਾਲ ਖੇਤੀ ਨਹੀਂ ਕਰ ਸਕਦੇ। ਸਾਨੂੰ ਪੰਜਾਬ ਦੇ ਹਾਲਾਤਾਂ ਦੇ ਮੁਤਾਬਕ ਸਮੇਂ ਦਾ ਹਾਣੀ ਇੱਕ ਐਗਰੀਰੀਅਨ ਮਾਡਲ, ਐਗਰੀਕਲਚਰ ਮਾਡਲ ਸਾਨੂੰ ਇੱਥੇ ਇਵੋਲਵ ਕਰਨਾ ਪੈਣਾ ਹੈ, ਖੋਜਣਾ ਪੈਣਾ ਹੈ, ਸਾਨੂੰ ਲੱਭਣਾ ਪੈਣਾ ਹੈ, ਡਿਵੈਲਪ ਕਰਨਾ ਪੈਣਾ ਹੈ। ਤਾਂ ਉਹਦੇ ਉੱਤੇ ਡਾਕਟਰ ਪਹਿਲਾ ਨੇ 2013 ਦੇ ਵਿੱਚ ਆਪਣੀ ਸਟ੍ਰੈਟਜੀ ਬਦਲ ਕੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰਨ ਬਾਰੇ ਸੋਚਿਆ। ਤਾਂ ਮੈਂ ਹੌਲੀ ਡਾਕਟਰ ਪਹਿਲਾ ਨੂੰ ਮਨਾ ਲਿਆ। ਤਾਂ ਅਸੀਂ ਫਿਰ ਇਸ ਮਾਡਲ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ 2013 ਦੇ ਵਿੱਚ। 2013 ਤੋਂ 2015 ਤੱਕ ਦੋਨੇ ਕੰਮ ਕਰਦਾ ਰਿਹਾ, ਖੇਤੀ ਵੀ ਤੇ ਨਾਲ ਵਕਾਲਤ ਵੀ। 2015 ਦੇ ਵਿੱਚ
ਅਨਫੋਰਚੂਨੇਟਲੀ ਇਸ ਦੁਨੀਆ ਤੇ ਨਹੀਂ ਰਹੀ। ਬਹੁਤ ਵੱਡਾ ਸੰਕਟ ਆ ਗਿਆ ਮੇਰੇ ਵਾਸਤੇ। ਜਿਹਨੇ ਕਦੇ ਖੇਤ ਨਹੀਂ ਗਿਆ ਸੀਗਾ, ਖੇਤੀ ਦਾ ਪਤਾ ਨਹੀਂ ਸੀਗਾ ਕਿ ਹੁਣ ਕੀ ਕਰਾਂ, ਵਾਪਿਸ ਵਾਲਾ ਰਾਹ ਬੰਦ ਕਰਕੇ ਆਇਆ, ਵਾਪਿਸ ਜਾ ਨਹੀਂ ਸਕਦਾ, ਅੱਗੇ ਕੁਝ ਦਿਖਦਾ ਨਹੀਂ, ਕੋਈ ਤਜਰਬਾ ਨਹੀਂ ਹੈਗਾ। ਤਾਂ ਫਿਰ ਉਹ ਜਨੂਨ ਸੀਗਾ ਕਿ ਵਾਪਿਸ ਨਹੀਂ ਮੁੜਨਾ। ਮੇਰੇ ਗੁਰੂ ਦਾ ਸੁਪਨਾ ਸੀਗਾ ਕਿ ਪੰਜਾਬ ਨੂੰ ਅਸੀਂ ਕਲਟਰੇਟਿਵ ਮਾਡਲ ਦੇਣਾ ਹੈ। ਫਿਰ ਸ਼ਦਾਈ ਹੋ ਕੇ ਲੱਗ ਪਿਆ ਖੇਤ ਦੇ ਵਿੱਚ। ਫਿਰ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖਿਆ, ਤੇ ਜੋ ਕਸ਼ਟ ਮੈਂ ਭੋਗਿਆ ਹੈਗਾ ਉਹ ਮੈਂ ਹੀ ਜਾਣ ਸਕਦਾ। ਇੱਥੇ ਇੰਨੀ ਮਾੜੀ ਸੋਇਲ ਸੀ ਮੇਰੀ ਖੇਤ ਦੀ, ਮਿੱਟੀ ਡੈਡ ਹੋਈ ਹੋਈ ਸੀ, ਪਾਣੀ ਪੀਣ ਯੋਗ ਨਹੀਂ ਸੀਗਾ, ਫੈਮਿਲੀ ਸਪੋਰਟ ਹੈ ਨਹੀਂ ਸੀਗੀ। ਸਮਾਜ ਨੇ ਬਹੁਤ ਤੰਗ ਕੀਤਾ, ਬੜਾ ਮਜ਼ਾਕ ਉਡਾਇਆ, ਰਾਤ ਨੂੰ ਬੂਟੇ ਪੱਟੇ, ਅੱਗਾਂ ਲਾ ਕੇ ਬੂਟੇ ਸਾੜੇ, ਬਹੁਤ ਕਸ਼ਟ ਦਿੱਤਾ ਮੈਨੂੰ। ਪਰ ਉਸ ਰਾਹ ਤੇ ਚੱਲਦਾ ਆਇਆ ਤੇ ਹੌਲੀ ਹੌਲੀ ਇਹ ਜਿਹੜਾ ਅਸੀਂ ਮਾਡਲ 2-3 ਸਾਲਾਂ ਦੇ ਵਿੱਚ ਡਾਕਟਰ ਪਹਿਲਾ ਦਾ ਸੁਪਨਾ ਸੀ ਕਿ ਅਸੀਂ 3 ਸਾਲਾਂ ਦੇ ਵਿੱਚ ਇੱਕ ਮਾਡਲ ਖੜਾ ਕਰਾਂਗੇ, ਫਿਰ ਇਸ ਮਾਡਲ ਨੂੰ ਸਪਰੈਡ ਕਰਾਂਗੇ ਸਾਰੇ ਪੰਜਾਬ ਦੇ ਵਿੱਚ। ਉਹ ਮੇਰਾ ਸੁਪਨਾ ਲੰਬਾ ਹੁੰਦਾ ਗਿਆ ਤਾਂ ਉਹਨੂੰ 5-6 ਸਾਲ ਲੱਗ ਗਏ। ਕਿਤੇ 6 ਸਾਲਾਂ ਤੋਂ ਮੈਂ ਜਾ ਕੇ ਉੱਠ ਕੇ ਖੜਾ ਹੋਇਆ। ਤਾਂ ਉਸ ਖੜਾ ਹੋਣ ਤੋਂ ਬਾਅਦ ਡਾਕਟਰ ਪਹਿਲਾ ਅਕਸਰ ਕਹਿੰਦੇ ਹੁੰਦੇ ਸੀ ਇੱਕ ਗੱਲ ਕਿ ਕੁਦਰਤ ਤੇ ਜਦੋਂ ਤੁਸੀਂ ਨੇੜੇ ਜਾਂਦੇ ਹੋ ਨਾ ਤਾਂ ਕੁਦਰਤ ਤੁਹਾਡੀ ਮਦਦ ਕਰਦੀ ਹੈ, ਕੁਦਰਤ ਤੁਹਾਨੂੰ ਸਿਖਾਉਂਦੀ ਹੈ। ਤਾਂ ਬੜੀ ਛੇਤੀ ਇਹ ਤਾਂ ਪਤਾ ਲੱਗ ਗਿਆ ਸੀਗਾ ਕਿ ਕੁਦਰਤ ਤੁਹਾਨੂੰ ਸਿਖਾਉਂਦੀ ਹੈ। ਮੇਰੇ ਵਰਗਾ ਬੰਦਾ ਜਿਹਨੂੰ ਮੱਕੀ ਤੇ ਜਵਾਰ ਦਾ ਫਰਕ ਨਹੀਂ ਪਤਾ, ਉਹਨੂੰ ਅੱਜ 200 ਕਿਸਮ ਦੇ ਰੁੱਖਾਂ ਦੇ ਪੱਤੇ ਵੇਖ ਕੇ ਦੱਸ ਦਿੰਦਾ ਕਿ ਇਹਨਾਂ ਦਾ ਸੁਭਾਅ ਕੀ ਹੈਗਾ। ਇਹ ਸਭ ਇਸ ਨੇਚਰ ਨੇ ਸਿਖਾਇਆ। ਮੈਂ ਕਦੇ ਯੂਨੀਵਰਸਿਟੀ ਨਹੀਂ ਗਿਆ, ਟੀਵੀ ਕਦੇ ਮੈਂ ਦੇਖਿਆ ਹੀ ਨਹੀਂ ਹੈਗਾ। ਇਹ ਸਭ ਮੈਨੂੰ ਇਹਨਾਂ ਨੇ ਮਿੱਟੀ ਨੇ ਸਿਖਾਇਆ ਹੈਗਾ। ਮਿੱਟੀ ਨੂੰ ਨੇੜੇ ਹੋ ਕੇ ਦੇਖਿਆ ਤਾਂ ਮਿੱਟੀ ਨੇ ਆਪ ਹੀ ਸਿਖਾਇਆ ਹੈਗਾ। ਕੁਦਰਤ ਤੁਹਾਡੀ ਮਦਦ ਕਰਦੀ ਹੈਗੀ ਹੈ। ਤਾਂ ਡਾਕਟਰ ਪਹਿਲਾ ਅਕਸਰ ਕਹਿੰਦੇ ਹੁੰਦੇ ਸੀ ਕਿ ਜਿਹੜੀ ਇਮਾਨਦਾਰੀ ਨਾਲ ਕੀਤੀ ਗਈ ਮਿਹਨਤ ਉਹਦਾ ਮੁੱਲ ਜ਼ਰੂਰ ਮਿਲਦਾ, ਸਮਾਂ ਲੱਗਦਾ ਹੈ, ਤੁਹਾਨੂੰ ਮੁੱਲ ਜ਼ਰੂਰ ਮਿਲਦਾ ਹੈ। ਤਾਂ ਅੱਜ ਉਸ ਕੁਦਰਤ ਨੇ ਕੁਛ ਵੀ ਲੁਕੋ ਕੇ ਨਹੀਂ ਰੱਖਿਆ। ਜੋ ਮੈਂ ਕਸ਼ਟ ਭੋਗਿਆ ਸੀ 6-7 ਸਾਲਾਂ ਦੇ ਵਿੱਚ, ਜੋ ਇੱਕ ਬੂਟੇ ਨੂੰ ਬਾਲਟੀਆਂ ਦੇ ਨਾਲ ਪਾਣੀ ਪਾ ਕੇ ਖੜਾ ਕੀਤਾ ਸੀ, ਅੱਜ ਉਸ ਕੁਦਰਤ ਨੇ ਮੇਰੀ ਉਹਨੂੰ ਕਈ ਗੁਣਾ ਵਧਾ ਕੇ ਮੈਨੂੰ ਮੋੜਿਆ। ਜਿਹੜਾ ਮੈਂ ਬੜਾ ਸ਼ੁਕਰਗੁਜ਼ਾਰ ਹੁੰਦਾ ਕਿ ਮੇਰੀ ਔਕਾਤ ਨਾਲੋਂ ਵੱਧ ਕੇ ਮੈਨੂੰ ਦਿੱਤਾ। ਦੁਨੀਆ ਦੇ ਵਿੱਚ ਕਿਤੇ 4-5 ਪੰਜਾਬੀ ਬੈਠੇ ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਮੇਰੀ ਵੀਡੀਓ ਦੇਖੀ ਹੈ, ਮੇਰੇ ਬਾਰੇ ਉਹਨਾਂ ਨੇ ਸੁਣਿਆ ਹੋਇਆ। ਤਾਂ ਇਹ ਕੁਦਰਤ ਤੁਹਾਨੂੰ ਮੋੜਦੀ ਹੈ। ਤੁਹਾਡੇ ਲਈ ਥੋੜਾ ਜਿਹਾ ਵੀ ਜਰਾ ਸਾ ਵੀ ਨੇੜੇ ਹੁੰਦੇ ਆ ਨਾ ਅਸੀਂ, ਉਹਦਾ ਕਈ ਗੁਣਾ ਵਧਾ ਕੇ ਤੁਹਾਨੂੰ ਇਹ ਕੰਪਨਸੇਟ ਕਰਦੀ ਹੈਗੀ ਹੈ। ਹੁਣ ਮੈਂ ਉਸ ਮਾਡਲ ਦੇ ਉੱਤੇ ਕੰਮ ਕਰ ਰਿਹਾ ਹੈਗਾ, ਜਿਹੜੇ ਦੇ ਉੱਪਰ ਇਹਦੇ ਵਿੱਚ ਅਸੀਂ ਇੱਕ ਬਦਲਵਾਂ ਮਾਡਲ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਖੜਾ ਕੀਤਾ ਹੈਗਾ, ਜਿਹਦੇ ਵਿੱਚ ਡਾਕਟਰ ਪਹਿਲਾ ਜਦੋਂ ਖੇਤੀ ਨੂੰ ਡਿਫਾਈਨ ਕਰਦੇ ਸੀ ਤਾਂ ਉਹ ਕਹਿੰਦੇ ਸੀ ਖੇਤੀ ਦੇ 5 ਅੰਗ ਹੈ। 5 ਅੰਗਾਂ ਦੇ ਵਿੱਚ ਕੀ ਹੈ? 2 ਤਰ੍ਹਾਂ ਦੀ ਵਨਸਪਤੀ ਹੈ ਤੇ 3 ਤਰ੍ਹਾਂ ਦਾ ਜੀਵ ਜਗਤ ਹੈ। 2 ਤਰ੍ਹਾਂ ਦੀ ਵਨਸਪਤੀ ਕਿਹੜੀ ਹੈ? ਇੱਕ ਤਾਂ ਵਨਸਪਤੀ ਉਹ ਜਿਹੜੀ ਹਰ ਸਾਲ ਉਗਦੀ ਹੈ ਤੇ ਖਤਮ ਹੋ ਜਾਂਦੀ ਹੈ, ਜਿਹਦੇ ਵਿੱਚ ਫਸਲਾਂ ਆ ਗਈਆਂ ਮੋਟੇ ਤੌਰ ਦੇ ਉੱਪਰ। ਇੱਕ ਉਹ ਵਨਸਪਤੀ ਹੈ ਜਿਹੜੀ ਇੱਕ ਵਾਰ ਉਗਦੀ ਹੈ ਤੇ ਲੰਬਾ ਸਮਾਂ ਚੱਲਦੀ ਹੈ, ਜਿਹਨੂੰ ਪੈਰੀਨੀਅਲਸ ਬੋਲਿਆ ਜਾਂਦਾ, ਜਿਹਦੇ ਵਿੱਚ ਰੁੱਖ ਆ ਗਏ। ਇਹ 2 ਤਰ੍ਹਾਂ ਦੀ ਵਨਸਪਤੀ ਤੇ 3 ਤਰ੍ਹਾਂ ਦਾ ਜੀਵ ਜਗਤ। ਇੱਕ ਉਹ ਜੀਵ ਜਗਤ ਜਿਹੜਾ ਧਰਤੀ ਦੇ ਵਿੱਚ ਰਹਿੰਦਾ ਹੈ, ਮਾਈਕਰੋਬਸ ਕਹਿੰਦੇ, ਜਿਹਨਾਂ ਨੂੰ ਸੂਖਮ ਜੀਵ ਕਹਿੰਦੇ ਆ। ਇੱਕ ਉਹ ਜੀਵ ਜਗਤ ਜਿਹੜਾ ਧਰਤੀ ਦੇ ਉੱਪਰ ਤੁਰਿਆ ਫਿਰਦਾ ਹੈ, ਜਿਹਦੇ ਵਿੱਚ ਗਾਵਾਂ, ਮੱਝਾਂ, ਬੱਕਰੀਆਂ, ਮੁਰਗੀਆਂ, ਭੇਡਾਂ ਉਹ ਆ ਗਈਆਂ। ਤੀਸਰਾ ਜੀਵ ਜਗਤ ਉਹ ਹੈ ਜਿਹੜਾ ਇਸ ਤੋਂ ਥੋੜਾ ਜਿਹਾ ਉੱਪਰ ਰਹਿੰਦਾ, ਆਕਾਸ਼ ਵਿੱਚ ਰਹਿੰਦਾ, ਜਿੰਨਾ ਪੰਛੀ ਜਗਤ ਹੈ, ਤਿਤਲੀਆਂ, ਮੱਖੀਆਂ, ਇਹ ਸਾਰਾ ਜੀਵ ਜਗਤ ਹੈ। ਇਹ 3 ਤਰ੍ਹਾਂ ਦਾ ਜੀਵ ਜਗਤ ਤੇ 2 ਤਰ੍ਹਾਂ ਦੀ ਵਨਸਪਤੀ ਜਿਸ ਜਗ੍ਹਾ ਤੇ ਇਕੱਠੇ ਹੋ ਜਾਣ ਉਹ ਖੇਤੀ ਹੈ। ਤਾਂ ਇਹ ਪਰਿਭਾਸ਼ਾ ਡਾਕਟਰ ਪਹਿਲਾ ਦੀ ਪਰਿਭਾਸ਼ਾ ਉਹਨਾਂ ਨੇ ਖੇਤੀ ਨੂੰ ਡਿਫਾਈਨ ਕੀਤਾ ਸੀ। ਤਾਂ ਅਸੀਂ ਇਸ এনवायरमेंट ਨੂੰ ਬਣਾਉਣਾ ਹੈ, ਅਸੀਂ ਇਸ ਮਾਹੌਲ ਨੂੰ ਬਣਾਉਣਾ। ਇਸ ਮਾਹੌਲ ਨੂੰ ਬਣਾਉਣ ਤੇ 2-3 ਸਾਲ ਲੱਗਦੇ ਆ ਸਾਡੇ। ਤਾਂ ਜਦੋਂ ਇਹ ਮਾਹੌਲ ਬਣ ਜਾਂਦਾ ਹੈ ਤਾਂ ਫਿਰ ਉੱਥੇ ਖੇਤੀ ਹੁੰਦੀ ਹੈ। ਉਸ ਖੇਤੀ ਨੂੰ ਦੁਨੀਆ ਦੀ ਕੋਈ ਤਾਕਤ ਬਣੀ ਨਹੀਂ ਜਿਹੜੀ ਉਹਨੂੰ ਘਾਟੇ ਵਾਲਾ ਸੌਦਾ ਹੋ ਸਕੇ। ਖੇਤੀ ਉੱਤਮ ਰਹੀ ਹੈਗੀ ਹੈ। ਤਾਂ ਮੈਂ ਅਕਸਰ ਅੱਗੇ ਗੱਲ ਕਰਦਾ ਹੁੰਦਾ ਕਿ ਸਾਡੇ ਗੁਰੂਆਂ ਪੀਰਾਂ ਨੇ ਖੇਤੀ ਨੂੰ ਉੱਤਮ ਕਿਹਾ ਸੀ, ਉੱਤਮ ਖੇਤੀ ਮੱਧਮ ਵਪਾਰ ਨਿਖੇਧ ਚਾਕਰੀ। ਪਰ ਅਸੀਂ ਤਾਂ ਦੇਖਦੇ ਹੈਗੇ ਆ ਕਿ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਫਿਰ ਕਿੱਥੇ ਗਲਤੀ ਹੋ ਗਈ? ਸਾਡੇ ਉਹ ਗ੍ਰੰਥ ਝੂਠੇ ਹੋ ਗਏ, ਸਾਡੇ ਗੁਰੂ ਪੀਰ ਝੂਠੇ ਹੋ ਗਏ, ਜਾਂ ਇਹ ਗਲਤ ਹੈਗਾ ਕਿ ਆਤਮ ਹੱਤਿਆਵਾਂ ਨਹੀਂ ਹੋ ਰਹੀਆਂ? ਤਾਂ ਇਹ ਦੋਨੋਂ ਹੀ ਗੱਲਾਂ ਸੱਚੀਆਂ ਨੇ। ਆਤਮ ਹੱਤਿਆਵਾਂ ਵੀ ਹੋ ਰਹੀਆਂ ਤੇ ਸਾਡੇ ਗੁਰੂਆਂ ਨੇ ਖੇਤੀ ਨੂੰ ਉੱਤਮ ਵੀ ਕਿਹਾ ਸੀ। ਇੱਥੇ ਕੀ ਹੋਇਆ ਕਿ ਖੇਤੀ ਦੀ ਪਰਿਭਾਸ਼ਾ ਬਦਲ ਗਈ। ਅੱਜ ਪੰਜਾਬ ਦਾ ਕਿਸਾਨ ਖੇਤੀ ਨਹੀਂ ਕਰਦਾ, ਅੱਜ ਪੰਜਾਬ ਦਾ ਕਿਸਾਨ ਫਸਲਾਂ ਬੀਜਦਾ ਹੈ। ਫਸਲਾਂ ਬੀਜਣਾ ਤੇ ਖੇਤੀ ਕਰਨਾ, ਇਹਦੇ ਵਿੱਚ ਬਹੁਤ ਫਰਕ ਹੈ। ਤਾਂ ਜਿਹੜਾ ਪ੍ਰੈਜ਼ੈਂਟ ਮਾਡਲ ਜਿਹੜਾ ਸਾਡਾ ਹੈਗਾ, ਇਹਨੇ ਬਹੁਤ ਵੱਡਾ ਕ੍ਰਾਈਸਿਸ ਖੜਾ ਕੀਤਾ ਹੈਗਾ। ਜਿਹੜਾ ਹੁਣ ਪ੍ਰੈਜ਼ੈਂਟ ਸਿਨੈਰੀਓ ਤੁਸੀਂ ਦੇਖੋ, ਐਜੂਕੇਸ਼ਨ ਚੱਲ ਰਿਹਾ ਹੈਗਾ, ਇਹਦੇ ਵਿੱਚ ਵੀ ਸਾਨੂੰ ਨੋ ਡਾਊਟ ਜਿਹੜੇ ਇਹ 3 ਕਾਨੂੰਨ ਆਏ ਆ ਬਹੁਤ ਖਤਰਨਾਕ ਨੇ। ਇਹਨਾਂ ਨੇ ਇਹ ਤਾਂ ਬਹੁਤ ਜ਼ਿਆਦਾ ਭਿਆਨਕ ਖਤਰਨਾਕ ਨੇ। ਪਰ
ਪਰ ਇਹਨਾਂ ਦੇ ਰੱਦ ਹੋਣ ਦੇ ਨਾਲ ਵੀ ਸਾਡਾ ਸਾਰਾ ਮਸਲਾ ਹੱਲ ਨਹੀਂ ਹੋਣਾ। ਸਾਨੂੰ ਇਸ ਤੋਂ ਅੱਗੇ ਵੀ ਲੰਬੀ ਲੜਾਈ ਲੜਨੀ ਪੈਣੀ ਹੈ। ਸਾਨੂੰ ਪ੍ਰੈਜ਼ੈਂਟ ਮਾਡਲ ਬਦਲਣਾ ਪੈਣਾ ਖੇਤੀ ਦਾ। ਸਾਡੀ ਖੇਤੀ ਦਾ ਮਾਡਲ ਗਲਤ ਹੋ ਗਿਆ। ਇਸ ਮਾਡਲ ਨੂੰ ਅਸੀਂ ਅੱਗੇ ਚਲਾਉਂਦੇ ਸਾਡਾ ਪਾਣੀ ਮੁੱਕ ਜਾਣਾ ਹੈਗਾ ਤੇ ਸਾਡੀ ਜ਼ਮੀਨ ਬੰਜਰ ਹੋ ਜਾਣੀ ਹੈ। ਸਾਡੀ ਜ਼ਮੀਨ 'ਚ ਕਾਰਬਨ ਕੰਟੈਂਟ ਹੀ ਖਤਮ ਹੋ ਗਿਆ, ਬੰਜਰ ਹੋਣ ਦੀ ਕੰਗਾਰ ਤੇ ਆਈ ਪਈ ਹੈਗੀ ਹੈ। ਤਾਂ ਸਾਨੂੰ ਇੱਕ ਲੜਾਈ ਹੋਰ ਲੜਨੀ ਪੈਣੀ ਹੈਗੀ ਆ ਪੰਜਾਬ ਨੂੰ ਜੇ ਰੱਦ ਹੋਣ ਤੋਂ ਬਾਅਦ ਵੀ, ਕਿ ਸਾਨੂੰ ਖੇਤੀ ਦਾ ਮਾਡਲ ਬਦਲਣਾ ਪੈਣਾ ਹੈ। ਖੇਤੀ ਦੇ ਮਾਡਲ ਬਦਲੇ ਬਿਨਾਂ ਕੋਈ ਹੱਲ ਨਹੀਂ ਹੈਗਾ। ਸਾਨੂੰ ਬਹੁ ਫਸਲੀ ਪ੍ਰਣਾਲੀ ਤੇ ਆਉਣਾ ਪੈਣਾ ਹੈ। ਅਸੀਂ ਇੱਕ ਫਸਲੀ ਪ੍ਰਣਾਲੀ ਸਾਨੂੰ ਛੱਡਣੀ ਪੈਣੀ ਹੈ। ਇਹਦੇ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਬਾਈ ਜੀ ਤੁਸੀਂ ਜਿਹੜਾ ਤੁਹਾਡਾ ਹੁਣ ਤੱਕ ਦਾ ਨੈਰੇਟਿਵ ਹੈ ਨਾ ਜੀ, ਜਿਸ ਤਰ੍ਹਾਂ ਤੁਸੀਂ ਹੁਣ ਤੱਕ ਕਰਕੇ ਵਿਖਾਇਆ, ਉਹਦੇ ਐਕਸਪੀਰੀਅੰਸ ਕੀਤੇ ਆ ਔਰ ਕਰ ਰਹੇ ਹੋ, ਅਸੀਂ ਚਾਹੁੰਦੇ ਸੀ ਵੀ ਅਸੀਂ ਵੀ ਇਸ ਤਰ੍ਹਾਂ ਹੀ ਸੋਚਦੇ ਹਾਂ ਕਿ ਜਦ ਤੱਕ ਜਿਹੜਾ ਪ੍ਰਵਾਸੀ ਕਿਸਾਨ ਹੈ ਜੀ, ਪ੍ਰਵਾਸੀ ਭਾਰਤੀਆਂ ਦੇ ਕੋਲੇ ਪੰਜਾਬ ਦੀ ਮੇਰੇ ਖਿਆਲ 'ਚ 46% ਜ਼ਮੀਨ ਓਨ ਕਰਦੇ ਆ। ਦੁਆਬਾ ਤਾਂ ਸਾਰਾ ਹੀ ਬਾਹਰ ਆ ਗਿਆ ਜੀ। ਅਸੀਂ ਚਾਹੁੰਦੇ ਸੀ ਕਿ ਤੁਸੀਂ ਕੋਈ ਇਸ ਤਰ੍ਹਾਂ ਦਾ, ਅਸੀਂ ਇਹ ਵੇਵ ਚਲਾਈ ਹੋਈ ਹੈ ਕਿ ਕੋਈ ਵੀ ਜਿਹੜੇ ਪ੍ਰਵਾਸੀ ਲੋਕ ਹੈ ਥੋੜ੍ਹੀ ਜ਼ਮੀਨ ਆਪਣੀ ਧਰਤੀ, ਪਾਣੀ, ਕੁਦਰਤ, ਮਾਂ ਵਾਸਤੇ ਛੱਡਣ, ਤਾਂ ਕਿ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ, ਜਿਹੜੇ ਮਾਈਕਰੋਬਸ ਤੁਸੀਂ ਕਹਿੰਦੇ ਵੀ ਜਿਹੜੇ ਧਰਤੀ ਦੇ ਅੰਦਰ ਰਹਿਣ ਵਾਲੇ ਜੀਵ ਜੰਤੂ ਹੈ ਜਾਂ ਧਰਤੀ ਦੇ ਉੱਪਰ ਤਿਤਲੀਆਂ ਨੇ, ਪੋਲੀਨੇਟਰਸ ਨੇ ਜਿੰਨੇ, ਉਹਨਾਂ ਦਾ ਕੋਈ ਰਹਿਣ ਬਸੇਰਾ ਬਣ ਸਕੇ। ਉਹਨਾਂ ਦੇ ਘਰ ਢਾਹ ਤੇ ਅਸੀਂ, ਘਰ ਉਜਾੜ ਤੇ ਉਹਨਾਂ ਦੇ ਅਸੀਂ, ਤੁਸੀਂ ਪ੍ਰਵਾਸੀ ਲੋਕਾਂ ਨੂੰ, ਡਾਇਸਪੋਰਾ 'ਚ ਬੈਠੇ ਪੰਜਾਬੀ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਕੀ ਕਰ ਸਕਦੇ ਆ ਜੀ ਇੱਥੇ ਬੈਠੇ? ਜੀ ਮੇਰੇ ਨਾਲ ਕਿ ਮੇਰੀ ਕੁਛ ਡਿਊਟੀ ਕੁਦਰਤ ਨੇ ਕੁਛ ਹੋਰ ਤਰ੍ਹਾਂ ਦੀ ਲਾ ਕੇ ਭੇਜੀ ਹੈਗੀ ਹੈ। ਮੇਰਾ ਕੰਮ ਰਿਸਰਚ ਐਂਡ ਡਿਵੈਲਪਮੈਂਟ ਦਾ ਹੈਗਾ। ਮੈਂ ਤਾਂ ਇੱਕ ਉਸ ਮਾਡਲ ਨੂੰ ਨਿਖਾਰਨ ਵਾਲਾ ਬੰਦਾ ਹੈਗਾ ਜਿਹੜਾ ਉਹਦੀ ਰਿਸਰਚ ਤੇ ਕੰਮ ਕਰ ਰਿਹਾ ਹੈਗਾ ਕਿ ਇਸ ਮਾਡਲ ਨੂੰ ਕਿਵੇਂ ਨਿਖਾਰਨਾ, ਇਹਦੀ ਪਾਲਿਸੀ ਕੀ ਹੋਵੇ। ਉਹ ਮੇਰੇ ਲਈ ਵੱਡੀ ਗੱਲ ਹੋਊਗੀ ਕਿ ਮੈਂ ਕੋਈ ਸੁਜੈਸ਼ਨ ਦੇ ਸਕਾਂ ਜਾਂ ਮੈਂ ਕਰ ਸਕਾਂ। ਪਰ ਫਿਰ ਵੀ ਮੈਂ ਇੱਕੋ ਹੀ ਕਹੂੰਗਾ ਕਿ ਇਹਦੇ ਤੋਂ ਬਿਨਾਂ ਕੋਈ ਰਸਤਾ ਨਹੀਂ ਹੈ, ਹੋਰ ਕੋਈ ਰਸਤਾ ਨਹੀਂ ਹੈ। ਇਹਦੇ ਵਿੱਚ ਦਿੱਕਤ ਕੀ ਹੈ ਕਿ ਕੁਦਰਤੀ ਖੇਤੀ ਇੱਕ ਸੈਕੰਡ ਸਟੇਜ ਹੈ। ਉਸ ਤੋਂ ਪਹਿਲੀ ਸਟੇਜ ਹੈਗੀ ਕਿ ਤੁਹਾਨੂੰ ਜੀਵਨ ਸ਼ੈਲੀ ਚੇਂਜ ਕਰਨੀ ਪੈਣੀ ਹੈ, ਤੁਹਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ। ਮੇਰੇ ਵਰਗਾ ਬੰਦਾ ਜਿਹਨੂੰ ਦਿਨ ਦੇ 7-8 ਵਿਆਹ ਮੈਰਿਜ ਅਟੈਂਡ ਕਰਦਾ ਸੀ, ਆਫਟਰ ਲੰਚ ਮੈਂ ਕੋਰਟ ਦਾ ਕੰਮ ਨਹੀਂ ਲਵਾਉਂਦਾ ਸੀ ਕਿ ਮੇਰਾ ਸੋਸ਼ਲ ਨੈਟਵਰਕ ਇੰਨਾ ਸੀ ਕਿ ਮੇਰੇ ਕੋਲੋਂ ਸੰਡੇ ਵਾਲੇ ਦਿਨ ਵੀ ਘਰੇ ਰਹਿਣਾ ਪੈਂਦਾ ਤੇ ਮੈਨੂੰ ਬੜਾ ਔਖਾ ਲੱਗਦਾ ਸੀ ਕਿ ਮੈਂ ਬੋਰ ਹੋ ਜਾਂਦਾ ਸੀ, ਮੈਂ ਸ਼ਹਿਰ ਬਿਨਾਂ ਰਹਿ ਨਹੀਂ ਸਕਦਾ ਸੀ। ਤੇ ਹੁਣ ਮੈਂ ਮਹੀਨਾ ਸ਼ਹਿਰ ਨਹੀਂ ਜਾਂਦਾ, ਮੈਂ ਟੋਟਲ ਕੱਟ ਆਫ ਹੋ ਗਿਆ ਦੁਨੀਆ ਨਾਲੋਂ, ਸਾਰੀ ਨਾਲੋਂ, ਸਿਰਫ ਆਪਣੇ ਖੇਤ ਤੱਕ ਸੀਮਿਤ। ਮੈਂ ਆਪਣਾ ਲਾਈਫ ਸਟਾਈਲ ਚੇਂਜ ਕੀਤਾ। ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਹੈ ਕਿ ਇੱਕ ਕਿਸਾਨ ਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ। ਉਹ ਖੇਤ ਤੋਂ ਬਿਨਾਂ ਉਹਦਾ ਹੋਰ ਕੋਈ ਹੈ ਹੀ ਨਹੀਂ। ਉਹਦਾ ਸਾਰੀ ਕਨਸੈਂਟਰੇਸ਼ਨ ਉਹਦੀ ਖੇਤ ਦੇ ਵਿੱਚ ਹੀ ਹੋਣੀ ਚਾਹੀਦੀ ਹੈ। ਖੇਤ ਉਹਨੂੰ ਆਪੇ ਸਿਖਾਊਗਾ। ਸਾਡੇ ਪੰਜਾਬੀਆਂ ਨੂੰ ਵੱਡੀ ਸਮੱਸਿਆ ਇਹ ਲਾਈਫ ਸਟਾਈਲ ਚੇਂਜ ਕਰਨ ਦੀ ਵੀ ਹੈਗੀ ਹੈ। ਸੈਕੰਡਲੀ ਅਸੀਂ ਕਿਰਤ ਨਾਲੋਂ ਟੁੱਟ ਗਏ। ਸਾਡੇ ਬਾਬੇ ਨੇ ਤਾਂ ਸਾਡੀ ਉਹ ਫੌਜ ਖੜੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਦਾ ਉਪਦੇਸ਼ ਹੀ ਤੋਂ ਸਟਾਰਟ ਹੁੰਦਾ ਸੀ, ਕਿਰਤ ਕਰੋ ਨਾਮ ਜਪੋ ਵੰਡ ਛਕੋ। ਉਹਨਾਂ ਨੇ ਨਾਮ ਜਪੋ ਕਿਰਤ ਕਰੋ ਨਹੀਂ ਕਿਹਾ ਸੀ, ਉਹਨਾਂ ਨੇ ਕਿਰਤ ਦੀ ਗੱਲ ਪਹਿਲਾਂ ਕੀਤੀ ਸੀ। ਪਰ ਅਸੀਂ ਕਿਰਤ ਨਾਲੋਂ ਦੂਰ ਚਲੇ ਗਏ। ਅਸੀਂ ਤਾਂ ਬਹੁਤ ਦੂਰ ਚਲੇ ਗਏ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਇਹ ਵੀ ਹੈਗਾ। ਇਸ ਖੇਤੀ ਦੇ ਵਿੱਚ ਤਾਂ ਬਹੁਤ ਕੰਮ ਹੈਗਾ। ਹੁਣ ਮੇਰੇ ਮੁਕਾਬਲੇ ਮੈਂ ਦੇਖਾਂ ਕੈਮੀਕਲ ਫਾਰਮਿੰਗ ਦੇ ਵਿੱਚ ਤਾਂ ਕੰਮ ਹੀ ਨਹੀਂ ਹੈਗਾ। ਉਸ ਇੱਕ ਮਹੀਨਾ ਉਹ ਸੀਜ਼ਨ, ਇੱਕ ਮਹੀਨਾ ਉਹ ਸੀਜ਼ਨ, ਬਾਕੀ ਸਾਰਾ ਜਿਹੜਾ ਹੈਗਾ ਸਮਾਂ ਅਸੀਂ ਵਿਹਲੇ ਹਾਂ। ਤੇ ਲੇਕਿਨ ਇਸ ਮੇਰੀ ਖੇਤੀ ਦੇ ਵਿੱਚ ਤਾਂ 1 ਮਿੰਟ ਦਾ ਵੀ ਟਾਈਮ ਨਹੀਂ ਹੈਗਾ। ਤੇ ਇਹ ਯਾਨੀ ਕਿਰਤ ਨਾਲੋਂ ਟੁੱਟ ਜਾਣਾ ਵੀ ਇੱਕ ਬਹੁਤ ਵੱਡੀ ਹਰਡਲ ਇਹਦੇ ਵਿੱਚ, ਇਸ ਮਾਡਲ ਦੇ ਵਿੱਚ ਆਈ ਹੋਈ ਹੈ। ਇੱਕ ਵੀ ਹੋਰ ਹੈਗਾ ਕਿ ਇਸ ਮਾਡਲ ਤੇ ਕੰਮ ਨਹੀਂ ਹੋਇਆ। ਜਿਹੜਾ ਮੈਂ ਅਕਸਰ ਕਹਿਣਾ ਹੁੰਦਾ ਕਿ ਕੁਦਰਤੀ ਖੇਤੀ ਦੇ ਉੱਤੇ ਰਿਸਰਚ ਤੇ ਡਿਵੈਲਪਮੈਂਟ ਤੇ ਕੰਮ ਨਹੀਂ ਹੋਇਆ। ਇਹਦੇ ਤੇ ਜਿਵੇਂ ਕੈਮੀਕਲ ਫਾਰਮਿੰਗ ਦੇ ਉੱਤੇ ਇੰਨਾ ਕੰਮ ਹੋਇਆ ਹੈ, ਉਹ ਉਸ ਤੇ ਇੰਨਾ ਮੈਕਨਾਈਜੇਸ਼ਨ ਹੋਇਆ, ਲੇਕਿਨ ਇਹਦੇ ਤੇ ਕੰਮ ਹੀ ਨਹੀਂ ਹੋਇਆ। ਮੈਂ ਜਦੋਂ ਆਇਆ ਸੀਗਾ ਤਾਂ ਛੋਲੇ ਬੀਜੇ, ਛੋਲਿਆਂ ਦੇ ਵਿੱਚ ਬਾਥੂ ਹੋ ਜਾਂਦਾ ਹੈਗਾ ਤੇ ਉਹਨੂੰ ਗੁੱਡਣ ਵਾਸਤੇ, ਡੀਵੀਡਿੰਗ ਕਰਨ ਵਾਸਤੇ ਮੈਨੂਅਲ ਕਸੀਆਂ ਦੇ ਨਾਲ ਗੋਡੀ ਕੀਤੀ। 15,000 ਰੁਪਇਆ ਲੱਗ ਗਿਆ ਮੇਰਾ ਪਹਿਲੇ ਸਾਲ। ਮੈਂ ਸੋਚਿਆ ਕਿ ਐਂ ਤਾਂ ਇਹ ਸਸਟੇਨੇਬਲ ਨਹੀਂ ਹੈਗਾ, ਇਹ ਤਾਂ ਟਿਕਾਊ ਨਹੀਂ ਹੈਗਾ, ਨਹੀਂ ਚੱਲ ਸਕਦਾ ਇਹ ਤੇ ਸਾਨੂੰ ਮੈਕਨਾਈਜੇਸ਼ਨ ਕਰਨਾ ਪੈਣਾ ਹੈ। ਤਾਂ ਮੈਂ ਉਹਦਾ ਮੈਕਨਾਈਜੇਸ਼ਨ ਕੀਤਾ। ਜਿਵੇਂ ਅਸੀਂ ਨਰਮਾ ਸੀਲਦੇ ਹੁੰਦੇ ਹਾਂ, ਮੈਂ ਸਾਰੀਆਂ ਫਸਲਾਂ ਸੀਲਦਾ ਟਰੈਕਟਰ ਦੇ ਨਾਲ। ਤਾਂ ਮੈਂ ਉਹਦੇ ਤੇ ਬੜਾ ਸੋਹਣਾ ਕਾਬੂ ਪਾ ਲਿਆ ਹੈਗਾ। ਹੁਣ ਮੈਨੂੰ ਕਸੀਆ ਚੱਕਣ ਦੀ ਲੋੜ ਹੀ ਨਹੀਂ ਹੈਗੀ, ਡੀਵੀਡਿੰਗ ਟਰੈਕਟਰ ਨਾਲ ਹੀ ਕਰ ਲੈਂਦੇ ਆ। ਤਾਂ ਇਹਦੇ ਤੇ ਕੰਮ ਨਹੀਂ ਹੋਇਆ। ਇਹਦੇ ਤੇ ਕੰਮ ਹੁੰਦਾ ਤਾਂ ਇਸ ਮਾਡਲ ਨੂੰ ਨਿਖਾਰਿਆ ਜਾ ਸਕਦਾ ਸੀ। ਇਸ ਮਾਡਲ ਦੇ ਉੱਤੇ ਲੇਬਰ ਕਾਸਟ ਘੱਟ ਕੀਤੀ ਜਾ ਸਕਦੀ ਸੀ। ਇਹਨੂੰ ਬਹੁਤ ਸੌਖਿਆ ਕੀਤਾ ਜਾ ਸਕਦਾ ਸੀ। ਬਹੁਤ ਕੰਮ ਮੈਂ ਕੀਤੇ ਹੈਗੇ। ਇਹਦੇ ਤੋਂ ਇਲਾਵਾ ਹੋਰ ਬੜੀ ਲੋੜ ਹੈਗੀ ਇਹਦੇ ਤੇ ਕੰਮ ਕਰਨ ਦੀ। ਬਿਲਕੁਲ ਜੀ। ਜਿਵੇਂ ਤੁਸੀਂ ਵੀਡ ਕੰਟਰੋਲ ਵਾਸਤੇ ਤੁਸੀਂ ਸੀਲਿੰਗ ਦਾ ਪ੍ਰਬੰਧ ਕੀਤਾ ਔਰ ਤੁਸੀਂ ਕਿਹਾ ਕਿ ਅਸੀਂ ਜਿਹੜੀ ਮੈਨੂਅਲ ਲੇਬਰ ਸੀ ਉਹ ਘੱਟ ਕੀਤੀ। ਇੱਥੇ ਜਿਹੜੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਵੀ ਬਾਈ ਜੀ ਰਾਉਂਡ ਅਪ ਸਪਰੇਅ ਇਸ ਕਰਕੇ ਕਰਨੀ ਪੈਂਦੀ ਹੈ ਕਿ ਵੀਡ ਕੰਟਰੋਲ ਨਹੀਂ ਹੁੰਦੇ। ਜਿਹੜਾ ਤੁਸੀਂ ਜਿਹੜੇ ਤਰੀਕੇ ਇਜਾਦ ਕਰ ਰਹੇ ਹੋ, ਜਿਹੜਾ ਤੁਸੀਂ ਕੰਮ ਕਰ ਰਹੇ ਹੋ,
ਇਹ ਸਮੁੱਚੀ ਮਨੁੱਖਤਾ ਦੇ ਭਲੇ ਦਾ ਕੰਮ ਹੈ। ਸਮੁੱਚੇ ਮਨੁੱਖਤਾ ਦੇ ਲਈ ਜੋ ਫੂਡ ਮਤਲਬ ਅਸੀਂ ਜ਼ਹਿਰ ਵਾਲਾ ਫੂਡ ਖਾ ਰਹੇ ਹਾਂ। ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਕਿ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਸਿੰਘ ਉਹਨਾਂ ਦੇ ਕਿਰਪਾਨ ਪਾਈ ਹੁੰਦੀ ਅਤੇ ਨਾਲ ਹੀ ਮੋਢੇ 'ਚ ਉਹਨਾਂ ਦੇ ਰੇਹ ਵਾਲਾ ਝਲੂੰਗਾ ਜਿਹੜਾ ਝੋਲਾ ਉਹ ਪਾਇਆ ਹੁੰਦਾ, ਕੜਿਆਂ ਵਾਲੇ ਹੱਥ ਜਿਹੜੇ ਉਹ ਸਪਰੇਆਂ ਕਰਦੇ ਫਿਰਦੇ ਆ, ਮੱਝਾਂ ਦੇ ਟੀਕੇ ਲਾਉਂਦੇ ਫਿਰਦੇ ਆ। ਸੋ ਸਾਨੂੰ ਇਹ ਚੀਜ਼ਾਂ ਨੂੰ ਵਿਚਾਰਨ ਦੀ ਲੋੜ ਹੈ। ਸਾਡੇ ਕੋਲ ਜਿਹੜਾ ਨੈਰੇਟਿਵ ਸਾਨੂੰ ਦਿੱਤਾ ਗਿਆ ਉਹ ਝੂਠ ਦਾ ਨੈਰੇਟਿਵ ਸੀ। ਮੈਂ ਤਾਂ ਇਹ ਵੀ ਸੋਚਦਾ ਹੇਰ ਸਾਹਿਬ ਵੀ ਤੁਸੀਂ ਵੇਖੋ, ਮੈਂ ਹੇਰ ਸਾਹਿਬ ਦੇ ਫਾਰਮ 'ਚ ਪਿਛਲੇ ਸਾਲ ਗਿਆ ਜੀ। ਸੱਚੀ ਗੱਲ ਹੈ ਵੀ ਮੈਂ ਹੇਰ ਸਾਹਿਬ ਛੋਲਿਆਂ ਦਾ ਵੱਢ 30-40 ਸਾਲਾਂ ਬਾਅਦ ਵੇਖਿਆ ਤੁਹਾਡੇ ਖੇਤ 'ਚ, ਔਰ ਮੈਨੂੰ ਬੜੀ ਖੁਸ਼ੀ ਹੋਈ ਵੀ ਜਦੋਂ ਮੈਂ ਇੱਥੇ ਇਹਨਾਂ ਦਾ ਜਿਹੜਾ ਜੀਵਨ ਸ਼ੈਲੀ ਵੇਖੀ, ਅਸੀਂ ਵੇਖ ਕੇ ਆਏ ਹਾਂ। ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਪੁੱਛਣੀ ਚਾਹਾਂਗਾ ਕਿ ਕਿਸਾਨ ਯੂਨੀਅਨਾਂ ਦੇ ਬਾਰਡਰਾਂ ਦੀਆਂ ਸਟੇਜਸ ਦੇ ਉੱਪਰ ਐਡਾ ਵੱਡਾ ਸੱਚ ਬੋਲਿਆ ਕਿਉਂ ਨਹੀਂ ਗਿਆ? ਮਤਲਬ ਇਹ ਬਲੈਕ ਆਊਟ ਕਿਉਂ ਕੀਤਾ ਗਿਆ? ਮਤਲਬ ਆ ਜਿਹੜਾ ਤੁਸੀਂ ਮਾਡਲ ਦੀ ਗੱਲ ਕਰਦੇ ਹੋ ਨਾ, ਜੇ 3 ਬਿੱਲ ਮਾਫ ਹੋ ਗਏ, ਅਸੀਂ ਜਿੱਤ ਦੀ ਖੁਸ਼ੀ ਵੀ ਮਨਾ ਲਈ, ਕੀ ਕਿਸਾਨ ਆਤਮ ਹੱਤਿਆ ਕਰਨੋਂ ਹਟ ਜੂਗਾ? ਕੀ ਸਾਡੀ ਜਿਹੜੀ ਖੇਤੀ ਹੈ ਉਹ ਜ਼ਹਿਰ ਵਾਲੀ ਨਹੀਂ ਰਹੂਗੀ? ਕੀ ਸਾਡੀ ਜ਼ਮੀਨ ਦੀ ਸਿਹਤ ਤਕੜੀ ਹੋ ਜੂਗੀ? ਸਾਡੇ ਪਸ਼ੂ ਪੰਛੀ ਬਚ ਜਾਣਗੇ? ਸੋ ਮੈਨੂੰ ਇਹ ਲੱਗਦਾ ਸੀ ਕਿ ਅਸੀਂ ਟਿੱਕਰੀ ਤੇ ਸਿੰਘੂ ਬਾਰਡਰਸ ਦੇ ਉੱਪਰ ਇਹ ਨੈਰੇਟਿਵ ਦੇਣ 'ਚ ਫੇਲ ਕਿਉਂ ਹੋਏ ਆ? ਬਾਈ ਜੀ ਤੁਸੀਂ ਥੋੜ੍ਹਾ ਬਹੁਤਾ ਕਰੋਗੇ ਇਹਦੇ 'ਤੇ? ਜੀ ਬਿਲਕੁਲ ਜੀ, ਬਿਲਕੁਲ। ਅਸੀਂ ਖੇਤੀ ਵਿਰਾਸਤ ਮਿਸ਼ਨ ਸਾਡਾ NGO ਹੈਗਾ, ਉਹਦੇ ਨਾਲ ਜੁੜੇ ਹੋਏ ਅਸੀਂ ਬੜੇ ਲਿਮਟਿਡ ਜਿਹੇ ਲੋਕ ਹੈਗੇ ਆ ਜਿਹੜੇ ਕੁਦਰਤੀ ਖੇਤੀ ਕਰਦੇ ਹੈਗੇ ਆ। ਪਿਛਲੇ 5-6 ਸਾਲਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਅਸੀਂ ਕਾਫੀ ਮੌਕਿਆਂ ਦੇ ਉੱਪਰ ਇਹਨਾਂ ਕਿਸਾਨ ਯੂਨੀਅਨ ਆਗੂਆਂ ਤੱਕ ਅਪਰੋਚ ਕੀਤੀ ਹੈਗੀ ਕਿ ਸਾਨੂੰ ਮਾਡਲ ਚੇਂਜ ਕਰਨਾ ਪੈਣਾ ਹੈ, ਸਾਨੂੰ ਇਸ ਪਾਸੇ ਆਪਣੇ ਕਿਸਾਨਾਂ ਨੂੰ ਇੱਕ ਨੈਰੇਟਿਵ ਤਾਂ ਅਸੀਂ ਸ਼ੁਰੂ ਕਰੀਏ ਨਾ, ਉਹਦੀ ਗੱਲ ਤਾਂ ਕਰੀਏ, ਸ਼ੁਰੂ ਕਰੀਏ ਤਾਂ ਉਹ, ਲੇਕਿਨ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਹੈ ਨਹੀਂ ਸੀ। ਉਹਨਾਂ ਨੇ ਸਾਡੀ ਗੱਲ ਸੁਣੀ ਹੀ ਨਹੀਂ ਹੈਗੀ। ਤੇ ਹੁਣ ਤਾਂ ਐਸਾ ਮਾਹੌਲ ਹੀ ਨਹੀਂ ਹੈਗਾ। ਹੁਣ ਜੇ ਤੁਸੀਂ ਇਹ ਗੱਲ ਕਹੋਗੇ ਤਾਂ ਤੁਹਾਨੂੰ ਲੋਕ ਗਦਾਰ ਕਹਿਣਗੇ। ਜੇ ਮੈਂ ਇਹ ਵੀ ਬੋਲੂੰਗਾ ਇਹ ਗੱਲ ਕਿ ਨਹੀਂ ਇਹ ਤਾਂ ਤੁਹਾਨੂੰ ਗਦਾਰ ਕਹਿਣਗੇ ਲੋਕ। ਹੁਣ ਮਾਹੌਲ ਹੀ ਨਹੀਂ ਹੈਗਾ। ਇੱਕ ਮਾਹੌਲ ਐਸਾ ਬਣ ਗਿਆ ਹੈਗਾ ਕਿ ਤੁਸੀਂ ਇਹਦੇ ਤੋਂ ਇਲਾਵਾ ਕੋਈ ਹੋਰ ਗੱਲ ਕਰੋਗੇ ਤਾਂ ਤੁਹਾਨੂੰ ਟੈਗ ਲਾ ਦੇਣਾ ਹੈਗਾ। ਦੀਪ ਸਿੱਧੂ ਨੇ ਮੇਰੇ ਨਾਲ ਸੰਪਰਕ ਕੀਤਾ ਸੀ। ਦੀਪ ਸਿੱਧੂ ਨੂੰ ਜਿਹੜਾ ਹੈਗਾ ਉਹਨੇ ਅਗਰੇਰੀਅਨ ਕ੍ਰਾਈਸਿਸ ਦੇ ਉੱਪਰ ਮੇਰੇ ਨਾਲ ਕਾਫੀ ਲੰਬੀ ਗੱਲਬਾਤ, ਉਹਨੇ 3-4 ਘੰਟੇ ਮੇਰੇ ਨਾਲ ਫੋਨ ਤੇ ਗੱਲਬਾਤ ਕੀਤੀ ਹੈਗੀ ਹੈ। ਮੈਨੂੰ ਮਿਲਿਆ ਵੀ ਸੀ ਉਹ ਪਰਸਨਲੀ। ਉਹਨੂੰ ਮੈਂ ਇਹ ਸਮਝਾਇਆ ਸੀਗਾ ਕਿ ਇਹ ਹੱਲ ਨਹੀਂ ਹੈ, ਇਹਦਾ ਸੋਲੂਸ਼ਨ ਨਹੀਂ ਹੈ, MSP ਸੋਲੂਸ਼ਨ ਨਹੀਂ ਹੈ। ਸਾਨੂੰ ਇਸ ਤੋਂ ਬਦਲਵੀਂ ਕੋਈ ਗੱਲ ਕਰਨੀ ਪੈਣੀ ਹੈ, ਮਾਡਲ ਚੇਂਜ ਕਰਨਾ ਪੈਣਾ ਹੈ। ਉਹਨੂੰ ਸਮਝ ਬਣੀ ਸੀ, ਉਹਨੇ ਗੱਲ ਕੀਤੀ ਸੀ ਇਸ ਦੇ ਉੱਤੇ। ਚਲੋ ਉਹ ਬਾਕੀ ਉਹਦਾ ਰੋਲ ਕੀ ਸੀ ਉਹਦੇ ਬਾਰੇ ਮੈਂ ਨਹੀਂ ਗੱਲ ਕਰੂੰਗਾ, ਪਰ ਮੈਂ ਜਿਹੜੀ ਉਹਦੀ ਸਮਝ ਅਗਰੇਰੀਅਨ ਕ੍ਰਾਈਸਿਸ ਦੇ ਉੱਤੇ ਸੀ ਉਹ ਬੜੀ ਸਟੀਕ ਸੀ। ਉਹਨੇ ਬੜੀ ਇਹਦੇ ਤੇ ਇਹਦੀ ਪਕੜ ਸੀਗੀ ਕਿ ਸਾਨੂੰ ਮਾਡਲ ਚੇਂਜ ਕਰਨਾ ਪੈਣਾ ਹੈਗਾ ਖੇਤੀ ਦਾ, ਇਹਦੇ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੈਗਾ। ਲੇਕਿਨ ਹੁਣ ਕੋਈ ਮਾਹੌਲ ਹੈ ਨਹੀਂ, ਇਸ ਮੌਕਾ ਨਹੀਂ ਹੈਗਾ ਇਹਦੇ ਤੇ ਗੱਲ ਕਰਾਂਗੇ ਤਾਂ ਤੁਸੀਂ ਬੋਲ ਹੀ ਨਹੀਂ ਸਕਦੇ। ਐਸਾ ਇੱਕ ਬਣਿਆ ਹੋਇਆ ਸਮਾਂ ਹੁਣ ਤਾਂ ਇਸ ਟਾਈਮ ਕਮਲਜੀਤ ਸਿੰਘ, ਮੌਕਾ ਤਾਂ ਹੁਣ ਬਹੁਤ ਵਧੀਆ, ਐਡੇ ਵੱਡੇ ਇਕੱਠ ਹੁੰਦੇ, ਇਹਨਾਂ ਇਕੱਠਾਂ ਦੇ ਵਿੱਚ ਇਸ ਦੀ ਗੱਲ ਹੋਣੀ ਚਾਹੀਦੀ ਆ। ਜੇ ਮਾਡਲ ਨਹੀਂ ਬਦਲਾਂਗੇ ਤਾਂ ਫਿਰ ਕੁਝ ਵੀ ਨਹੀਂ ਬਦਲ ਸਕਦਾ। ਬਿਲਕੁਲ ਜੀ, ਬਿਲਕੁਲ ਕੋਈ ਹੋਰ ਦੇਖੋ ਸਾਡੇ ਜਿਹੜੇ ਸੀਡ ਸੀਗੇ ਸਾਡੇ ਬਾਹਰ ਵਾਲੇ, ਦੇਖੋ ਤੁਸੀਂ ਕਮਲਜੀਤ ਬਾਈ ਜੀ, ਤੁਹਾਡਾ ਤਾਂ ਮੈਂ ਕਿ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਜਿਹੜਾ ਰੱਤੇ ਵਾਲਾ ਨਾ ਉਹ ਤੀਰਥ ਸਥਾਨ ਹੈ। ਉੱਥੇ ਜੀਵਨ ਬਦਲ ਜਾਂਦੇ ਇਹਨਾਂ ਦੇ ਖੇਤ ਜਾ ਕੇ ਨਾ, ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਔਰ ਜਿਹੜਾ ਬੰਦੇ ਨੇ ਕਦੀ ਵੀ ਨਹੀਂ ਸੋਚਿਆ ਵੀ ਅਸੀਂ ਕੀ ਖਾਂਦੇ ਹਾਂ, ਸਾਡੀਆਂ ਕੈਂਸਰ ਨਾਲ ਮੌਤਾਂ ਕਿਉਂ ਹੋ ਰਹੀਆਂ ਸਾਡੇ, ਹੁਣ ਤਾਂ ਤੁਸੀਂ ਸੋਚਿਆ ਹੋਣਾ ਕਿ ਯੂਰੀਆ ਜਿਹੜੀ ਹੈ ਨਾ ਮਾਂ ਦੇ ਦੁੱਧ 'ਚ ਆ ਗਈ, ਔਰ ਕੈਂਸਰ ਬੰਦਿਆਂ ਦੀ ਤਾਂ ਗੱਲ ਹੀ ਛੱਡੋ, ਪਸ਼ੂਆਂ 'ਚ ਵੀ ਪੈਦਾ ਹੋਣ ਲੱਗ ਪਿਆ। ਪਸ਼ੂਆਂ ਦੀ ਮੌਤ ਕੈਂਸਰ ਨਾਲ ਹੋਣੀ ਸ਼ੁਰੂ ਹੋ ਗਈ ਪੰਜਾਬ 'ਚ। ਫਸਲਾਂ ਦੇ ਉੱਤੇ ਜਿਹੜੀ ਇਹ ਜ਼ਹਿਰ ਪਾਉਂਦੇ ਆ, ਹਾਂਜੀ, ਥੱਲੇ ਸਾਰੇ ਪਾਣੀ ਵਿੱਚ ਚਲੇ ਗਏ। ਉਹ ਪਾਣੀ ਪਸ਼ੂ ਵੀ ਪੀਂਦੇ ਆ, ਅਸੀਂ ਵੀ ਪੀਂਦੇ ਆ। ਜ਼ਹਿਰ ਤਾਂ ਸਾਡੇ ਅੰਦਰ ਹੈ ਹੀ ਹੈ ਆਟੋਮੈਟਿਕ। ਜਿਹੜਾ ਉਜਾੜਾ ਡਾਕਟਰ ਪੇਲਾ ਹੋਰਾਂ ਨੂੰ, ਮੈਨੂੰ ਤਾਂ ਅੱਜ ਵੈਸੇ ਪਹਿਲੀ ਵਾਰੀ ਪਤਾ ਲੱਗਿਆ ਕਿ ਡਾਕਟਰ ਓਮ ਪ੍ਰਕਾਸ਼ ਪੇਲਾ ਪੰਜਾਬੀ ਪੁੱਤਰ ਸੀ, ਧਰਤੀ ਪੁੱਤਰ ਸੀਗੇ, ਔਰ ਉਹਨਾਂ ਨੂੰ ਪੰਜਾਬ ਦੇ ਬਾਰੇ ਕਿੰਨਾ ਉਹਨਾਂ ਦੇ ਸੀਨੇ 'ਚ ਦਰਦ ਪਿਆ ਸੀ, ਔਰ ਉਹ ਦਰਦ ਤੁਹਾਡੇ 'ਚ ਟਰਾਂਸਫਰ ਕਰਕੇ ਗਏ ਉਹ। ਔਰ ਇਹ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ ਹਲੇ ਵੀ ਸਾਨੂੰ। ਅਸੀਂ ਸੁੱਤੇ ਹੋਏ ਹਾਂ ਮੇਰੇ ਖਿਆਲ 'ਚ, ਸਾਨੂੰ ਜਾਗਣ ਦੀ ਲੋੜ ਹੈ। ਔਰ ਤੁਹਾਡਾ ਜਿਹੜਾ ਉਪਰਾਲਾ ਜੀ, ਮੈਂ ਸਮਝਦਾ ਕਿ ਤੁਹਾਡਾ ਜਿਹੜੀ ਤੁਹਾਡੀ ਕੰਟਰੀਬਿਊਸ਼ਨ ਹੈ ਨਾ, ਜਿਹੜੀ ਤੁਹਾਡੀ ਦੇਣ ਹੈ, ਇਹ ਤੁਹਾਡੀ ਦੇਣ ਇਤਿਹਾਸ ਬਣ ਗਈ ਹੈ। ਤੁਸੀਂ ਜਿਹੜਾ ਕੰਮ ਕਰਦੇ ਹੋ ਨਾ, ਇਹ ਰੇਚਲ ਜਿਹੜੀ ਸੀ ਨਾ ਕਾਰਸਨ ਕੁੜੀ, ਜਿਹਨੇ ਲਿਖੀ ਸੀ ਸਾਇਲੈਂਟ ਸਪ੍ਰਿੰਗ, ਔਰ ਉਹਦੇ 'ਤੇ ਅਮਰੀਕਾ 'ਚ ਕਾਨੂੰਨ ਬਣ ਗਏ ਸੀ ਪਾਰਲੀਮੈਂਟ 'ਚ। ਮੈਂ ਕਹਿੰਦਾ ਇਹ ਸਮਾਂ ਆਵੇ ਕਿ ਜਿਹੜੇ ਸਟੇਟਾਂ ਦੇ ਜਾਂ ਦੇਸ਼ ਦੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਜਾਂ ਜਿਹੜੇ ਉਹ ਸੰਸਥਾਵਾਂ 'ਚ ਕੰਮ ਕਰਦੇ ਆ,
ਉੱਥੇ ਬਾਈ ਕਮਲਜੀਤ ਹੇਰ ਵਰਗੇ, ਅਮਰਜੀਤ ਸ਼ਰਮਾ ਚੈਨਾ ਵਰਗੇ ਇੱਥੋਂ ਵੀ ਇੱਕ ਇਸ ਤਰ੍ਹਾਂ ਦੇ ਲੋਕ ਹੋਣ, ਔਰ ਜਿਹੜੇ ਸਪੋਰਟਸ ਨਾਲ ਰਿਲੇਟਡ ਆ ਉੱਥੇ ਕਿਸੇ ਖਿਡਾਰੀ ਨੂੰ ਬਣਾਇਆ ਜਾਵੇ। ਜੀ ਇਹ ਪੰਜਾਬ ਜਿਹੜਾ ਸੁੱਤਾ ਗਫਲਤ ਦੀ ਨੀਂਦ 'ਚ ਉੱਠੇ, ਔਰ ਜਿਹੜੇ ਯੋਗ ਵਿਅਕਤੀਆਂ ਨੂੰ ਯੋਗ ਥਾਵਾਂ ਤੇ ਬਿਠਾਇਆ ਜਾਵੇ। ਤੁਹਾਡਾ ਪੰਜਾਬ, ਤੁਹਾਡਾ ਹਿੰਦੁਸਤਾਨ, ਤੁਹਾਡਾ ਸੰਸਾਰ ਰਿਣੀ ਰਹੂਗਾ ਜੀ। ਤੁਹਾਡਾ ਜਿਹੜਾ ਕੰਮ ਹੈ ਉਹ ਸੱਚੀ ਮੁੱਚੀ ਤੁਸੀਂ ਕਰਕੇ ਵਿਖਾਇਆ। ਬੜਾ ਔਖਾ ਕੰਮ ਹੈ, ਬੜੇ ਆਰਥਿਕ ਝਟਕੇ ਲੱਗੇ ਤੁਹਾਨੂੰ, ਸਮਾਜਿਕ ਝਟਕੇ ਤੁਹਾਨੂੰ ਲੱਗੇ, ਔਰ ਤੁਸੀਂ ਉਹਨਾਂ ਦੀ ਪਰਵਾਹ ਨਹੀਂ ਕੀਤੀ। ਔਰ ਜ਼ਮੀਨ ਤੁਹਾਡੀ, ਮੈਂ ਤੁਹਾਨੂੰ ਸੱਚ ਦੱਸਦਾ ਕਿ ਰੱਤੇ ਵਾਲੇ ਉਹ ਏਰੀਆ ਦੀ ਜ਼ਮੀਨ ਥੋੜ੍ਹੀ ਜਿਹੀ ਰੇਤਲੀ ਹੈ। ਜ਼ਮੀਨ 'ਚ ਜਿਹੜਾ ਨਾ ਅਲੂਵੀਅਲ ਸੋਇਲ ਨਹੀਂ, ਉਨੀ ਤਕੜੀ ਸੋਇਲ ਨਹੀਂ, ਜ਼ਮੀਨ ਵੀ ਮਾੜੀ, ਬਾਈ ਕੋਲੇ ਤਜਰਬਾ ਵੀ ਹੈ ਨਹੀਂ, ਬਸ ਇੱਕ ਜਨੂਨ। ਸੋ ਤੁਹਾਨੂੰ ਸਲੂਟ ਹੈ ਬਾਈ ਜੀ। ਡਾਕਟਰ ਬੇਲਾ ਮੇਰੇ ਨਾਲ ਤੇ ਅਸੀਂ ਖੇਤ ਪਹੁੰਚ ਗਏ ਤੇ ਡਾਕਟਰ ਬੇਲਾ ਕਹਿੰਦੇ ਜੀ ਮੈਨੂੰ ਕਮਲਜੀਤ ਪਾਣੀ ਪਿਆ। ਮੈਂ ਕਿਹਾ ਜੀ ਮੈਂ ਪਾਣੀ ਮੋਟਰਸਾਈਕਲ ਦੇ ਵਿੱਚੋਂ ਮੈਂ ਨਾਲ ਲੈ ਕੇ ਆਇਆ ਬੋਤਲ ਚੋਂ। ਕਹਿੰਦੇ ਨਹੀਂ ਮੈਂ ਇੱਥੋਂ ਦਾ ਪੀਣਾ। ਮੈਂ ਕਿਹਾ ਜੀ ਤਾਂ ਪਾਣੀ ਪੀਣ ਯੋਗ ਨਹੀਂ ਹੈਗੇ। ਓਹੋ, ਕਹਿੰਦੇ ਪਾਣੀ ਵੀ ਪੀਣ ਯੋਗ ਨਹੀਂ ਹੈਗਾ। ਮੈਂ ਕਿਹਾ ਜੀ ਨਹੀਂ। ਤਾਂ ਇੱਥੋਂ ਦੀ ਸੋਇਲ ਦੀ ਮਿੱਟੀ ਦੀ ਮੁੱਠ ਭਰੀ ਨੱਕ ਦੇ ਨੇੜੇ ਕਰਕੇ ਖੁਸ਼ਬੂ ਲਈ, ਕਹਿੰਦੇ ਮਿੱਟੀ ਦਾ ਸੋਇਲ ਡੈਡ ਹੈ ਜਮਾਂ ਇਹਦੀ, ਤਾਂ ਇਸ ਡੈਡ ਸੋਇਲ ਦੇ ਵਿੱਚ ਕਿੱਥੋਂ ਲੜੇਗਾ ਤੂੰ? ਮੈਂ ਕਿਹਾ ਜੀ ਮੇਰੇ ਚ ਜਨੂਨ ਬਹੁਤ ਹੈ। ਤੇ ਭਾਈ ਕਹਿੰਦੇ ਜਨੂਨ ਦਾ ਥੋੜੇ ਦਿਨਾਂ ਦੀਆਂ ਗੱਲਾਂ ਹੁੰਦੀਆਂ, ਜਨੂਨ ਠੰਡਾ ਪੈ ਜਾਂਦਾ ਹੁੰਦਾ ਜਦੋਂ ਕੁਝ ਹੋਇਆ ਹੀ ਨਾ। ਮੈਂ ਕਿਹਾ ਜੀ ਨਹੀਂ, ਉਹ ਤੁਸੀਂ ਗੱਲਾਂ ਛੱਡੋ, ਜਨੂਨ ਨਹੀਂ ਠੰਡਾ ਪੈਂਦਾ, ਬੜਾ ਜਨੂਨ ਹੈ। ਤਾਂ ਅਸੀਂ ਇੱਥੇ ਸ਼ੁਰੂ ਕੀਤਾ ਤਾਂ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਰੁੱਖ ਲਾਉਣ ਦੇ ਨਾਲ ਤੁਹਾਡਾ ਗਰਾਊਂਡ ਵਾਟਰ ਉੱਚਾ ਹੁੰਦਾ ਹੈ। ਰੁੱਖ ਲਾਉਣ ਦੇ ਨਾਲ ਤੁਹਾਡੀ ਪਾਣੀ ਦੀ ਗਰਾਊਂਡ ਵਾਟਰ ਦੀ ਕੁਆਲਿਟੀ ਸੁਧਰਦੀ ਹੈ। ਅੱਜ ਉਹੀ ਖੇਤ ਹੈ ਜਿੱਥੇ ਪਾਣੀ ਪੀਤਾ ਨਹੀਂ ਜਾਂਦਾ ਸੀ, ਜਿਹੜਾ ਹੁਣ ਮੇਰੇ ਕੋਲ ਲੋਕ ਵਿਜ਼ਿਟ ਕਰਦੇ ਆ, ਜਦੋਂ ਉਹਨਾਂ ਨੂੰ ਪਾਣੀ ਪਿਆਉਂਦੇ ਕਹਿੰਦੇ ਪਾਣੀ ਬੜਾ ਮਿੱਠਾ ਹੈ, ਇਹ ਇੱਥੋਂ ਦਾ ਪਾਣੀ ਹੈ? ਮੈਂ ਕਹਿੰਦਾ ਜੀ ਹਾਂ ਇੱਥੋਂ ਦਾ ਪਾਣੀ ਹੈ। ਤਾਂ ਰੁੱਖ ਲਾਉਣ ਦੇ ਨਾਲ ਤੁਹਾਡਾ ਗਰਾਊਂਡ ਵਾਟਰ ਜਿਹੜਾ ਹੈਗਾ ਉਹ, ਕਿਉਂਕਿ ਰੀਚਾਰਜ ਹੋਣ ਲੱਗ ਪੈਂਦਾ ਜਦੋਂ ਤੁਸੀਂ ਜ਼ਹਿਰ ਪਾਉਣੇ ਬੰਦ ਕਰ ਦਿੰਦੇ ਹੋ, ਮਾਈਕਰੋਬਸ ਤੁਹਾਡੀ ਮੋਰੀਆਂ ਕਰ ਦਿੰਦੇ ਹੈ ਸੂਖਮ ਜੀਵ ਇਸ ਮਿੱਟੀ ਦੇ ਵਿੱਚ। ਤਾਂ ਜਿੰਨੀ ਬਾਰਿਸ਼ ਹੋਣੀ ਹੈ, ਤੁਹਾਡੀ ਬਾਰਿਸ਼ ਦਾ ਇੱਕ ਤੁਪਕਾ ਵੀ ਪਾਣੀ ਰੜਕੇ ਨਹੀਂ ਪਾਸੇ ਜਾਣਾ, ਉਹ ਸਾਰਾ ਹੀ ਰੀਚਾਰਜ ਹੋਣਾ, ਥੱਲੇ ਜਾਣਾ ਹੈ। ਤਾਂ ਤੁਹਾਡੀ ਜ਼ਮੀਨ ਦੀ ਕੁਆਲਿਟੀ ਸੁਧਰ ਜਾਂਦੀ ਹੈ। ਮੇਰੇ ਖੇਤ 'ਚ ਇੱਕ ਨਲਕਾ ਲੱਗਿਆ ਹੋਇਆ, ਉਹ ਨਲਕੇ ਤੇ ਜਦੋਂ ਕਿਤੇ ਪਾਣੀ ਪੀਣ ਲੱਗਦਾ ਨਾ ਤਾਂ ਕਈ ਵਾਰੀ ਅੱਖਾਂ 'ਚ ਹੰਝੂ ਆ ਜਾਂਦੇ ਆ, ਬੜਾ ਭਾਵੁਕ ਹੋ ਜਾਂਦਾ ਹੈ ਕਿ ਕੁਦਰਤ ਤੋਂ ਸਾਨੂੰ ਕਿੰਨਾ ਬਖਸ਼ਿਆ ਹੈਗਾ। ਉਹ ਲੋਕ ਨੇ ਜਿਹੜੇ ਸਿਰ ਦੇ ਉੱਤੇ ਘੜਿਆਂ ਦੇ ਵਿੱਚ ਰਾਜਸਥਾਨ 2-2 ਕਿਲੋਮੀਟਰ ਤੋਂ ਪਾਣੀ ਚੱਕ ਕੇ ਲਿਆਉਂਦੇ ਹੈ, ਤੇ ਤੂੰ ਮੈਨੂੰ ਇਹ ਪਾਣੀ ਆਹੀ ਦਿੱਤਾ ਹੋਇਆ, ਮੈਂ ਨਲਕੇ ਦੀ ਹੱਥੀ ਗੇੜਦਾ ਹੈਗਾ ਤੇ ਮੇਰੇ ਮੂੰਹ 'ਚ ਪਾਣੀ ਮੇਰੇ ਕੋਲੇ ਆ ਜਾਂਦਾ ਹੈਗਾ। ਕਿੰਨਾ ਤੂੰ ਸਾਡੇ ਤੇ ਕਿੰਨੀ ਤੂੰ ਮਿਹਰਬਾਨੀ ਕੀਤੀ ਹੋਈ ਹੈ ਸਾਡੇ ਪੰਜਾਬ ਵਾਲਿਆਂ ਤੇ। ਸਾਨੂੰ ਐਸੀਆਂ ਰੁੱਤਾਂ, ਸਾਨੂੰ ਕੀ ਨਹੀਂ ਤੂੰ ਦਿੱਤਾ ਹੈਗਾ। ਦੁਨੀਆ ਦੇ ਵਿੱਚ ਸਭ ਤੋਂ ਵਧੀਆ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ। ਸਾਡੇ ਇਸ ਖਿੱਤੇ ਦੇ ਵਿੱਚ, ਮੇਰੇ ਖੇਤੇ ਵਿੱਚ ਮੇਰੀਆਂ 50 ਫਸਲਾਂ ਆਮ ਹੋ ਜਾਂਦੀਆਂ। ਇਹ ਤੋਂ ਪਲੱਸ ਹੁੰਦਾ ਮੈਂ ਸਾਲ ਭਰ ਦੇ ਦੌਰਾਨ ਐਸਾ ਖਿੱਤਾ ਜਿਹਦੇ ਵਿੱਚ ਸਾਲ ਭਰ ਦੇ ਦੌਰਾਨ 50+ ਫਸਲਾਂ ਹੁੰਦੀਆਂ ਹੋਣ, ਤੇ ਜਿੱਥੇ 50+ ਫਰੂਟ ਹੁੰਦਾ ਹੋਵੇ। ਮੇਰੇ ਖੇਤ ਦੇ ਵਿੱਚ ਹੁਣ 40 ਕਿਸਮ ਦਾ ਫਰੂਟ ਹੈ ਜੀ, 40 ਕਿਸਮ ਦਾ ਫਰੂਟ, ਤੇ ਹਜੇ 10 ਕਿਸਮ ਦੇ ਫਰੂਟ ਹੋਰ ਹੋਣ ਦੀ ਗੁੰਜਾਇਸ਼ ਹੈਗੀ ਹੈ। ਤਾਂ ਐਸਾ ਖਿੱਤਾ ਜਿੱਥੇ 50 ਕਿਸਮ ਦੀਆਂ ਫਸਲਾਂ, 50 ਕਿਸਮ ਦਾ ਫਰੂਟ ਹੁੰਦਾ ਹੋਵੇ, ਤੁਸੀਂ ਉਸ ਕੁਦਰਤ ਨੂੰ ਬਲਿਹਾਰੇ ਜਾਓ, ਉਹਦੇ ਤੇ ਤੁਸੀਂ ਉਹਦਾ ਦੇਣ ਦੇ ਹੀ ਨਹੀਂ ਸਕਦੇ ਤੁਸੀਂ ਤਾਂ ਕਦੇ ਵੀ। ਤੁਹਾਡੇ ਤੇ ਕਿੰਨੀ ਮਿਹਰਬਾਨੀ ਹੈ ਉਸ ਕੁਦਰਤ ਦੀ, ਤੁਹਾਨੂੰ ਇਸ ਖਿੱਤੇ ਦੇ ਵਿੱਚ ਬਿਠਾਇਆ ਹੈ। ਤਾਂ ਉਦਾਸ ਹੁੰਦਾ ਹੈ ਮਨ ਜਦੋਂ ਦੇਖ ਕੇ ਕਿ ਇਸ ਕਰਪਟ ਸਿਸਟਮ ਨੇ, ਇਸ ਮਟੀਰੀਅਲਿਜ਼ਮ ਨੇ ਇਹਨੇ ਸਾਨੂੰ ਕਰੋਲ ਕੇ ਰੱਖਤਾ, ਸਾਨੂੰ ਕਿੱਥੇ ਤੋਰਤਾ, ਕਿੱਧਰ ਨੂੰ ਤੋਰਤਾ। ਅਸੀਂ ਖੇਤੀ ਕਦੇ ਘਾਟੇ ਵਾਲਾ ਸੌਦਾ ਹੋ ਹੀ ਨਹੀਂ ਸਕਦੀ। ਇਹ ਕਿਵੇਂ ਘਾਟੇ ਵਾਲਾ ਸੌਦਾ ਬਣ ਸਕਦੀ ਹੈ? ਇਹਦੇ 'ਚ ਕਿੰਨਾ ਕੁਛ ਨਿਕਲਦਾ ਹੈਗਾ, ਕਿੰਨਾ ਕੁਛ ਨਿਕਲਦਾ ਹੈ, ਵਿੱਚੋਂ ਹੀ ਨਿਕਲੀ ਆਉਂਦਾ ਹੈਗਾ। ਹੁਣ ਇੰਨੇ ਮੇਰੇ ਜਦੋਂ ਸਟਾਰਟਿੰਗ ਦੇ ਵਿੱਚ ਮੈਂ ਤਾਂ ਖੇਤੀ ਕਰਨ ਵਾਸਤੇ ਆਇਆ ਸੀ, ਤਾਂ ਦੇਖਿਆ ਕਿ ਜਿਹੜੀ ਖੇਤਾਂ ਦੀ ਵੱਟਾਂ ਕੱਢਦੇ ਹੈਗੇ ਆ, ਤਾਂ ਜਿਹੜਾ ਵੀਡਸ ਹੈਗੇ ਆ ਉਹਨਾਂ ਨੂੰ ਖਰਗੋਸ਼ਾਂ ਨੂੰ ਪਾਇਆ ਜਾ ਸਕਦਾ, ਖਰਗੋਸ਼ ਪਾਲੇ ਜਾ ਸਕਦੇ ਆ, ਵਿੱਚ ਖਰਗੋਸ਼ ਪਾਲਣ ਆ ਗਿਆ। ਗਾਂ ਦਾ ਗੋਬਰ ਜਿਹੜਾ ਹੈਗਾ ਉਹਦੇ ਤੇ ਅਸੀਂ ਵਰਮੀ ਕੰਪੋਸਟ ਲਾ ਸਕਦੇ ਹਾਂ, ਉਹ ਹੋ ਗਿਆ। ਹੁਣ ਟੋਟਲ ਗਿਣਨੇ ਹੁਣ ਤਾਂ ਮੇਰੇ ਕੋਲੇ 25+ ਐਕਟੀਵਿਟੀਜ਼ ਉੱਥੇ ਇੱਕ ਫਾਰਮ ਦੇ ਉੱਤੇ ਚੱਲ ਗਈਆਂ। ਬਾਈ ਜੀ ਅਸੀਂ ਜਦੋਂ ਕਮਲਜੀਤ ਸਿੰਘ ਜੀ ਤੁਹਾਡੇ ਫਾਰਮ ਤੇ ਗਏ ਸੀ ਨਾ, ਮੈਂ ਵੇਖਿਆ ਵੀ ਬਾਈ ਜੀ ਦੀ 5ਵੀਂ ਕਟਾਈ ਸੀ ਬਰਸੀਨ ਦੀ ਉਸ ਖੇਤ 'ਚ, ਔਰ ਉਹ ਬਿਨਾਂ ਰੇਹ ਸਪਰੇ ਤੋਂ। ਤੇ ਮਤਲਬ ਅਸੀਂ ਸੱਚ ਨਾ ਆਵੇ ਸਾਨੂੰ, ਇਦਾਂ ਹੀ ਹੁੰਦਾ ਸੀ। ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਬਾਈ ਜੀ ਦੇ ਜਿਹੜੀ ਸੀ ਤੁਲਸੀ ਨੂੰ ਨਾ ਮੈਂ ਹੱਥ ਲਾ ਬੈਠਾ, ਹੱਥ ਲਾਇਆ, ਯਕੀਨ ਕਰਿਓ ਸ਼ਾਮ ਨੂੰ ਮੈਂ ਘਰੇ ਪਿੰਡ ਆ ਗਿਆ ਤੇ ਮੇਰੇ ਹੱਥਾਂ 'ਚ ਮੈਂ ਹਲੇ ਵੀ ਆਈ ਜਾਵੇ। ਇੱਕ ਨਾ ਮੇਰੇ ਨਾਲ ਬਾਈ ਗੁਰਮੀਤ ਸੀਗੇ ਬਰਾੜ ਸਾਹਿਬ, ਤੇ ਅਸੀਂ ਉੱਥੇ ਨਾ ਇਹਨਾਂ ਦੇ ਖੇਤਾਂ 'ਚ ਇੱਕ ਸਵਾਨੀ ਤਿੱਤਰ ਹੁੰਦਾ ਜੀ ਸਾਡੇ ਮਾਲ ਵਿੱਚ। ਉਹ ਜਦੋਂ ਬੋਲਦਾ ਨਾ ਉੱਥੋਂ ਨੂੰ ਰੱਬ ਦੀ ਯਾਦ ਦਿਵਾਉਂਦਾ ਹੈ। ਉਹ ਬੋਲਦਾ ਵੀ ਭਗਵਾਨ ਤੇਰੀ ਕੁਦਰਤ, ਇਸ ਤਰ੍ਹਾਂ ਦਾ ਬੜਾ ਮਿੱਠਾ ਬੋਲਦਾ ਉਹ। ਜਦੋਂ ਅਸੀਂ ਉਤਰੇ ਨਾ ਖੇਤ 'ਚ, ਉਹ ਸਵਾਨੀ ਤਿੱਤਰ ਬੋਲਦਾ ਸੀ। ਮੈਂ ਬਾਈ ਗੁਰਮੀਤ ਨੂੰ ਕਿਹਾ ਵੀ ਆ ਬਾਈ ਹੇਰ ਸਾਹਿਬ ਨੇ ਨਾ ਜੀਵ ਜੰਤੂ ਵੀ ਜਿਉਂਦੇ ਕਰ ਲਏ। ਤੁਹਾਡਾ ਦੇਖੋ ਤੁਸੀਂ ਬਾਈ ਜੀ ਲੋਕਾਂ ਨੂੰ ਜੀਵਨ ਜਾਂਚ ਦਿੱਤੀ ਹੈ, ਤੁਸੀਂ ਜੀਵਨ ਦਾ ਫਲਸਫਾ ਦਿੱਤਾ ਔਰ ਜਿਉਂ ਕੇ ਵਿਖਾਇਆ ਹੈ। ਕੱਲੀਆਂ ਕਿਤਾਬਾਂ, ਕੱਲਾ ਗਿਆਨ, ਸੁੱਕਾ ਗਿਆਨ ਕਿਸੇ ਕੰਮ ਨਹੀਂ ਹੁੰਦਾ ਜੇ ਕੋਈ ਉਹਨੂੰ ਕੋਈ ਜਿਉਂ ਕੇ ਨਾ ਵਿਖਾਵੇ। ਤਾਂ ਸਾਡੇ ਤਾਂ 240 ਸਾਲ ਗੁਰੂਆਂ ਨੇ ਸਾਨੂੰ ਜਿਉਂ ਕੇ ਵਿਖਾਇਆ। ਔਰ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਸੀ ਨਾ ਕਿ
ਦੇਖੋ ਸਾਡੇ ਖੇਤੀ ਵਿੱਚ ਪਾਣੀ 'ਚ ਧਰਤੀ 'ਚ ਦੀਪ ਸਿੱਧੂ ਹੋਵੇ, ਖੇਤੀ ਵਿਰਾਸਤ ਮਿਸ਼ਨ ਵਾਲੇ ਹੋਣ, ਮਹਾਰਾਜ ਦੀ ਬਾਣੀ 'ਚ ਲਿਖਿਆ ਵੀ ਜਿੱਤ ਦੁਆਰੇ ਉੱਭਰੈ ਤੇਤੇ ਹੀ ਲਏ ਭਾਰ। ਕੋਈ ਵੀ ਬੰਦਾ ਚੰਗੇ ਕੰਮ ਦੇ ਵਿੱਚ ਆ ਕੇ ਆਪਣਾ ਜੀਵਨ ਵੀ ਪਵਿੱਤਰ ਕਰ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੇ ਨੌਜਵਾਨ ਨੇ ਇਹ ਫਿਰ ਇਸ ਮਾਡਲ ਵੱਲ ਮੁੜਨਗੇ, ਜਿਹੜੇ ਪੰਜਾਬ ਨੂੰ, ਹਿੰਦੁਸਤਾਨ ਨੂੰ, ਸੰਸਾਰ ਦੀ ਧਰਤੀ ਨੂੰ ਬਚਾਉਣਗੇ। ਹੁਣ ਜੋੜਿਆ ਤੇ ਜੋੜਿਆ ਕਿੱਦਾਂ ਜਾਵੇ? ਹਾਂ ਬਾਈ ਜੀ, ਹੁਣ ਕਿਵੇਂ ਮਤਲਬ ਕਿਤੇ ਨਾ ਕਿਤੇ ਸ਼ੁਰੂਆਤ ਹੋਣੀ ਚਾਹੀਦੀ ਹੈ। ਜੀ ਗੱਲ ਇਹ ਹੈ ਨਾ, ਇਹ ਕਮਲਜੀਤ ਸਿੰਘ ਇਕੱਲੇ ਲੱਗੇ ਹੋਏ ਨੇ, ਦੇਖੋ ਕਿੰਨਾ ਮਤਲਬ ਬਦਲਣਾ ਚਾਹੀਦਾ। ਇਹ ਅਲਟਰਨੇਟਿਵ ਮਾਡਲ ਦੇਣਾ, ਇੱਕ ਪਹਿਲਾ ਮਾਡਲ ਖੜਾ ਕਰਨਾ, ਫਿਰ ਉਸ ਮਾਡਲ ਨੂੰ ਸਪਰੈਡ ਕਰਨਾ। ਡਾਕਟਰ ਬੇਲਾ ਦਾ ਮਿਸ਼ਨ ਦੇ 2 ਪਾਰਟ ਸੀ। ਪਹਿਲਾ ਪਾਰਟ ਅਸੀਂ ਕੰਪਲੀਟ ਕਰ ਲਿਆ ਹੈਗਾ, ਉਹ ਹੁਣ ਮਾਡਲ ਖੜਾ ਕਰ ਲਿਆ। ਹੁਣ ਇਸ ਮਾਡਲ ਨੂੰ ਸਪਰੈਡ ਕਰਨਾ ਹੈ। ਇਹਨੂੰ ਸਪਰੈਡ ਕਰਨ ਵਾਸਤੇ ਮੈਨੂੰ ਇੱਕ ਗਾਂ ਫਰਦਰ ਸੈਕੰਡ ਲਾਈਨ ਜਨਰੇਸ਼ਨ ਚਾਹੀਦੀ ਹੈ, ਮੈਨੂੰ ਇੱਕ ਸੈਕੰਡ ਲਾਈਨ ਚਾਹੀਦੀ ਹੈ। ਤਾਂ ਕਮਲਜੀਤ ਹੇਰ ਨੇ ਖਤਮ ਹੋ ਗਿਆ ਤਾਂ ਸਭ ਕੁਝ ਇੱਥੇ ਨਾਲ ਚੱਲ ਜਾਣਾ ਹੈਗਾ, ਇਹ ਖਤਮ ਹੋ ਜਾਣਾ ਹੈ, ਕਿਹਨੇ ਚਲਾਉਣਾ ਹੈਗਾ? ਤਾਂ ਇਹ ਗਿਆਨ ਕਿਸੇ ਵਿਅਕਤੀ ਵਿਸ਼ੇਸ਼ ਦਾ ਅਧਿਕਾਰ ਨਹੀਂ ਹੁੰਦਾ, ਗਿਆਨ ਸਮਾਜ ਦੀ ਸੰਪਤੀ ਹੁੰਦਾ ਹੈ। ਮੈਂ ਜੋ ਕੁਝ ਇਕੱਠਾ ਕੀਤਾ ਹੈਗਾ ਸਭ ਸਮਾਜ ਚੋਂ ਇਕੱਠਾ ਕੀਤਾ, ਤੇ ਸਮਾਜ ਨੂੰ ਅੱਗੇ ਦੇਣਾ ਵੀ ਮੇਰੀ ਇੱਕ ਮੌਰਲ ਡਿਊਟੀ ਬਣਦੀ, ਮੇਰਾ ਫਰਜ਼ ਹੈ। ਮੈਂ ਆਪਣੇ ਵਰਗੇ ਹੋਰ ਸਾਥੀ ਪੈਦਾ ਕਰਾਂ, ਹੋਰ ਖੜੇ ਕਰਾਂ, ਇਹ ਮੇਰੀ ਇੱਕ ਡਿਊਟੀ ਹੈ, ਮੇਰੀ ਕੁਦਰਤ ਨੇ ਡਿਊਟੀ ਲਾਈ ਹੋਈ ਹੈ। ਤਾਂ ਮੈਂ ਉਸ ਡਿਊਟੀ ਨੂੰ ਆਪਣੀ ਨੂੰ ਸਮਝਦਾ ਹੋਇਆ ਹੁਣ ਅੱਜ ਹੀ ਅਸੀਂ ਇਹ ਫਾਈਨਲਾਈਜ਼ ਕਰਕੇ ਹਟੇ ਹੈਗੇ ਆ ਕਿ ਅਸੀਂ ਇੱਕ 5 ਡੇ ਟ੍ਰੇਨਿੰਗ ਸ਼ੁਰੂ ਕਰ ਰਹੇ। ਮੈਂ 1 ਡੇ ਟ੍ਰੇਨਿੰਗ ਸ਼ੁਰੂ ਕੀਤੀ ਹੋਈ ਹੈ, ਜਿਹੜੀ ਮੈਂ ਮਹੀਨੇ ਦੇ ਅਖੀਰਲੇ ਸ਼ਨੀਵਾਰ ਲਾਉਣਾ ਹੈਗਾ, ਪਰ ਉਹ 1 ਡੇ ਟ੍ਰੇਨਿੰਗ ਦੇ ਵਿੱਚ ਕੁਝ ਜ਼ਿਆਦਾ ਇਹਨਾਂ ਦੱਸਿਆ ਨਹੀਂ ਜਾ ਸਕਦਾ। ਹੁਣ ਇੱਕ 5 ਡੇ ਟ੍ਰੇਨਿੰਗ ਸ਼ੁਰੂ ਕਰ ਰਹੇ ਹੈਗਾ। 5 ਡੇ ਟ੍ਰੇਨਿੰਗ ਦੇ ਵਿੱਚ ਮੈਂ ਟੋਟਲ ਇੱਕ ਮਹੀਨੇ ਦੇ ਵਿੱਚ 6 ਪਾਰਟਿਸਪੈਂਟ ਮੈਂ ਲਿਆ ਕਰੂੰਗਾ ਪੰਜਾਬ ਦੇ ਵਿੱਚੋਂ। ਉਹਨਾਂ ਨੂੰ ਫਾਰਮ ਦੇ ਉੱਪਰ ਰੱਖੂੰਗਾ, ਫਾਰਮ ਦੇ ਉੱਪਰ ਉਹਨਾਂ ਨੂੰ ਸਟੇ ਕਰਵਾਉਂਗਾ, ਆਰਗੈਨਿਕ ਫੂਡ ਉਹਨਾਂ ਨੂੰ ਇੱਥੇ ਖਿਲਾਵਾਂਗੇ ਅਸੀਂ, ਤੇ ਉਹਦੇ ਵਿੱਚ ਉਹਨਾਂ ਨੂੰ ਟੋਟਲੀ ਪੈਕੇਜ ਜਿੰਨਾ ਹੈਗਾ ਇਹਦਾ ਆਰਗੈਨਿਕ ਫਾਰਮਿੰਗ ਦਾ, ਇਹਦੀ ਕ੍ਰੌਪ ਰੋਟੇਸ਼ਨ ਕਿਵੇਂ ਹੋਣੀ ਚਾਹੀਦੀ ਹੈ, ਕੁਦਰਤੀ ਖੇਤੀ ਦਾ ਵਿਗਿਆਨ ਕੀ ਹੈ, ਇਹਦੀ ਫਿਲਾਸਫੀ ਕੀ ਹੈ, ਇਹਦੀ ਮਾਰਕੀਟਿੰਗ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ, ਇਹਦੀ ਪੋਸਟ ਹਾਰਵੈਸਟਿੰਗ ਮੈਨੇਜਮੈਂਟ ਕਿਵੇਂ ਹੋਵੇ, ਇਹਦੀ ਪੈਸਟ ਮੈਨੇਜਮੈਂਟ ਕਿਵੇਂ ਹੋਵੇ, ਵੀਡਸ ਮੈਨੇਜਮੈਂਟ ਕਿਵੇਂ ਹੋਵੇ, ਇਹਦੀਆਂ ਕੰਪੋਸਟਿੰਗ ਮੈਥਡਸ ਕੀ ਹੋਣੇ ਚਾਹੀਦੇ ਆ, ਜਿਹੜਾ ਹੈਗਾ ਫਾਰਮਰ ਫ੍ਰੈਂਡਲੀ ਮੈਕਨਾਈਜੇਸ਼ਨ ਕੀ ਹੋਣਾ ਚਾਹੀਦਾ, ਟੋਟਲੀ ਸਾਰਾ ਕਨਸੈਪਟ ਦੇ ਉੱਪਰ 5 ਦਿਨਾਂ ਦੇ ਵਿੱਚ ਉਹਨੂੰ ਸਾਰੇ ਨੂੰ ਅਸੀਂ ਕੰਪਲੀਟ ਕਰਾਂਗੇ। ਉਹ ਟ੍ਰੇਨਿੰਗ ਮੈਂ ਹੁਣ ਅਨਾਉਂਸ ਕਰੂੰਗਾ, ਉਹਦੀਆਂ ਡੇਟਸ ਫੇਸਬੁੱਕ ਦੇ ਉੱਪਰ, ਆਪਣੇ ਪੇਜ ਦੇ ਉੱਪਰ ਵੀ, ਤੇ ਉਹਦੇ ਵਿੱਚ ਮੈਂ ਹਰ ਮਹੀਨੇ 6 ਬੰਦੇ ਲਿਆ ਕਰੂੰਗਾ, ਤੇ ਫਿਰ ਉਹ ਹੌਲੀ ਹੌਲੀ ਉਹਨੂੰ ਅਸੀਂ ਵਧਾਵਾਂਗੇ। ਡਾਕਟਰ ਬੇਲਾ ਦਾ ਸੁਪਨਾ ਸੀਗਾ ਕਿ ਇਹਨੂੰ ਅਸੀਂ ਟ੍ਰੇਨਿੰਗ ਸੈਂਟਰ ਦੇ ਤੌਰ ਦੇ ਉੱਤੇ ਇਹਨੂੰ ਖੜਾ ਕਰਨਾ ਹੈਗਾ। ਮੈਂ ਕਿਸੇ ਨੂੰ ਕਹਿ ਦੇਵਾਂ ਕਿ ਰੁੱਖ ਸਾਡੀ ਖੇਤੀ ਦਾ ਹਿੱਸਾ ਹੈ, ਮੈਂ ਕਿਸੇ ਨੂੰ ਕਹਿ ਦੇਵਾਂ ਇੱਥੇ ਬੈਠਾ ਫੋਨ ਤੇ ਕਿ ਮੇਰੇ ਖੇਤ 'ਚ 40 ਕਿਸਮ ਦੇ ਰੁੱਖ ਹੋ ਸਕਦੇ, ਕਿਸੇ ਨੇ ਯਕੀਨ ਨਹੀਂ ਕਰਨਾ। ਜਦੋਂ ਮੈਂ ਉਹਨਾਂ ਨੂੰ ਲੱਗੇ ਹੋਏ ਖੇਤ ਦਿਖਾਊਂਗਾ, ਤਾਂ ਜਦੋਂ ਪ੍ਰੈਕਟੀਕਲੀ ਸਾਹਮਣੇ ਦਿਖਾਊਂਗਾ, ਤਾਂ ਫਿਰ ਉਹਦੇ ਵਿੱਚ ਯਕੀਨ ਹੋਊਗਾ। ਤਾਂ ਹੁਣ ਇਹ ਜਿਹੜੀ ਔਨ ਫਾਰਮ ਟ੍ਰੇਨਿੰਗ ਹੈਗੀ ਹੈ, ਇਹ ਮੈਂ ਸਟਾਰਟ ਕਰਨ ਜਾ ਰਿਹਾ ਜਲਦੀ। ਇੱਕ ਗੱਲ ਹੋਰ ਹੇਰ ਸਾਹਿਬ ਦੱਸਿਓ ਕਿ ਲਾਹੌਰ ਤੋਂ ਲੈ ਕੇ ਤੇ ਰੋਹਤਕ ਤੱਕ ਨਾ ਇਹ ਪੰਜਾਬ ਸੀ ਪੁਰਾਣਾ ਜੀ, ਤੇ ਮੱਝ ਵੀ ਮੇਰੇ ਖਿਆਲ 'ਚ ਸਾਰੇ ਸੰਸਾਰ ਦੀ ਬੈਸਟ ਮੱਝ ਵੀ ਇਹੀ ਇੱਥੇ ਹੁੰਦੀ ਹੈ। ਇੱਥੋਂ ਦਾ ਝੋਨਾ ਬਾਈ ਜੀ ਸਾਡੇ ਅੱਧੇ ਸੰਸਾਰ ਦਾ ਪਾਣੀ ਪੀ ਰਿਹਾ ਹਰ ਸਾਲ। 50 ਬਿਲੀਅਨ ਹੈਕਟਰ ਟਨਸ ਪਾਣੀ ਅਸੀਂ 3-4 ਮਹੀਨਿਆਂ 'ਚ ਝੀਲ ਬਣਾ ਦਿੰਦੇ ਜੀ ਪੰਜਾਬ ਨੂੰ ਅਸੀਂ। ਤੇ ਇਹ ਮਤਲਬ ਜਿਹੜਾ ਹੈਗਾ, ਤੁਸੀਂ ਇਹਦੇ ਬਾਰੇ ਵੀ ਕੋਈ ਸੋਚਿਆ ਹੋਊਗਾ ਕਿ ਅਸੀਂ ਝੋਨੇ ਹੇਠੋਂ ਰਕਬਾ ਕਿਵੇਂ, ਤੇ ਦੂਜਾ ਮਿਲਟ ਦੀ ਖੇਤੀ ਬਾਰੇ ਵੀ ਥੋੜਾ ਜਿਹਾ ਦੱਸਿਓ ਜੀ ਅਸੀਂ। ਜੀ ਹਾਂ, ਬਹੁਤ ਵਧੀਆ ਸਵਾਲ ਤੁਸੀਂ ਮੇਰੇ ਚੰਗਾ ਯਾਦ ਕਰਾਇਆ। ਸਾਡੇ ਜਿਹੜੀਆਂ ਦੋਨੋਂ ਹੀ ਫਸਲਾਂ ਨਾ ਜੀ, ਕਣਕ ਤੇ ਚਾਵਲ, ਝੋਨਾ, ਇਹ ਦੋਨੋਂ ਹੀ ਬਗਾਨੀਆਂ ਫਸਲਾਂ ਹੈ, ਸਾਡੀਆਂ ਫਸਲਾਂ ਹੀ ਹੈ ਨਹੀਂ ਸੀ। ਹੁਣ ਤੁਸੀਂ ਜਦੋਂ ਉਹਦੀ ਗੱਲ ਕਰਦੇ ਹੋ ਸਾਉਣੀ ਦੀਆਂ ਫਸਲਾਂ ਦੀ, ਤਾਂ ਸਾਉਣੀ ਦੇ ਵਿੱਚ ਝੋਨਾ ਸਾਡੀ ਫਸਲ ਨਹੀਂ ਹੋਇਆ ਕਰਦੀ ਸੀ, ਕਣਕ ਵੀ ਸਾਡੀ ਫਸਲ ਨਹੀਂ ਹੋਇਆ ਕਰਦੀ ਸੀ। ਗੁਰੂ ਨਾਨਕ ਕਾਲ ਦੇ ਵਿੱਚ ਇਹਦਾ ਰੈਫਰੈਂਸ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਾਲੋ ਨੇ ਉਹਦੇ ਦੀ ਰੋਟੀ ਖਵਾਈ ਸੀ, ਲੇਕਿਨ ਇਹ 3-4 ਸਦੀਆਂ ਦੀ ਪੁਰਾਣੀ ਗੱਲ ਹੋ ਗਈ। ਹੁਣ ਮੈਨੂੰ ਬੜੇ ਨੇੜੇ ਦਾ ਰੈਫਰੈਂਸ ਮਿਲ ਗਿਆ, ਇੱਕ ਬਹੁਤ ਨੇੜੇ ਦਾ। ਉਹ ਕੀ ਹੈਗਾ, ਆਪਣੇ ਪੰਜਾਬੀ ਗਾਇਕ ਹੋਇਆ ਜਮਲਾ ਜੱਟ ਜੀ। ਜਮਲਾ ਜੱਟ ਜੀ ਨੇ ਇੱਕ ਗਾਣਾ ਗਾਇਆ ਸੀ, ਮੈਨੂੰ ਪਿਛਲੇ ਜੇ 4-5 ਦਿਨ ਪਹਿਲਾਂ ਹੀ ਪਤਾ ਲੱਗਿਆ, ਮੈਂ ਪੋਸਟ ਵੀ ਲਿਖੀ ਸੀ ਉਹਦੇ ਉੱਤੇ। ਆਰ ਟਾਂਗਾ ਪਾਰ ਟਾਂਗਾ ਵਿੱਚ ਟੱਲ ਮਟੱਲੀਆਂ ਦੇਣ ਬੱਚੇ ਨਦੀ ਨਾ ਚੱਲੀਆਂ। ਤੇ ਉਹਦੇ ਵਿੱਚ ਉਹਦਾ ਦੂਜਾ ਅੰਤਰਾ ਹੈਗਾ, ਚੀਨਾ ਸਵਾਂਕੀ ਸੁੱਕ ਗਏ ਮੰਡਲ ਓਵਟ ਤੇ ਕੰਗਣਾ, ਚੀਨਾ ਸਵਾਂਕੀ ਸੁੱਕ ਗਏ ਮੰਡਲ ਓਵਟ ਤੇ ਕੰਗਣਾ, ਅੰਨ ਬਾਜੋਂ ਜਾਪਦਾ ਹੁਣ ਸਾਲ ਔਖਾ ਲੰਘਣਾ, ਔੜ ਮੱਕੀ ਮਾਰ ਗਈ ਚੱਬਾਂਗੇ ਕਿੱਥੋਂ ਛੱਲੀਆਂ, ਆਉਣ ਕੁੰਜਾਂ ਦੇਣ ਬੱਚੇ ਨਦੀ ਨਾ ਚੱਲੀਆਂ। ਤਾਂ ਮਤਲਬ ਕਿ ਅੱਜ ਤੋਂ 80-90 ਸਾਲ ਪਹਿਲਾਂ ਦੀ ਗੱਲ ਹੀ ਹੋਣੀ ਹੈ। ਜਮਲਾ ਜੱਟ ਜੀ ਨੇ ਜਦੋਂ 50 ਸਾਲ ਪਹਿਲਾਂ, 60 ਸਾਲ ਪਹਿਲਾਂ ਦੀ ਗੱਲ ਲਾ ਲਓ, ਤਾਂ ਉਸ ਸਮੇਂ ਅੰਨ ਸਾਡਾ ਜਿਹੜਾ ਹੁੰਦਾ ਸੀ ਉਹ ਮਿਲਟਸ ਹੋਇਆ ਕਰਦੇ ਸੀ। ਸਵਾਂਕ, ਕੁਟਕੀ, ਮੰਡਲ ਰਾਗੀ ਨੂੰ ਕਹਿੰਦੇ ਆ, ਮੰਡਲ ਓਵਟ ਕੰਗਣਾ, ਇਹ ਸਾਡੇ ਮੂਲ ਨਾਜ ਹੀ ਸਾਡੀ ਮੁੱਖ ਫਸਲ ਹੋਇਆ ਕਰਦੇ ਸੀ। ਤੇ ਉਸ ਤੋਂ ਬਾਅਦ ਜਦੋਂ ਇਹ
ਆਹ ਕਨਾਲ ਸਿਸਟਮ ਸਾਡਾ ਨਿਕਲਿਆ ਆ ਤੇ MSP ਸਾਨੂੰ ਦੇਤੀ ਤਾਂ ਇਹ ਸਾਨੂੰ ਇਹ ਬਗਾਨੀ ਫਸਲ ਇਧਰ ਲਿਆ ਕੇ ਸਾਡੇ ਪੱਲੇ ਮੜਤੀ, ਇਹਨੇ ਸਾਨੂੰ ਬਰਬਾਦ ਕਰਕੇ ਰੱਖਤਾ। ਤਾਂ ਸਾਨੂੰ ਵਾਪਸ ਉਸ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਨੇਟਿਵ ਇੱਥੋਂ ਦੀਆਂ ਵਿਰਾਸਤੀ ਫਸਲਾਂ ਸੀ ਉਹਨਾਂ ਤੇ ਜਾਣਾ ਪੈਣਾ ਹੈਗਾ ਤੇ ਹੋਰ ਰਸਤਾ ਨਹੀਂ ਹੈ ਕੋਈ। ਬਾਈ ਜੀ ਆਪਣੇ ਆਮ ਇਲਾਕੇ ਦੇ ਵਿੱਚ ਮਾਲਵੇ ਦੇ ਵਿੱਚ ਜੌਂ ਛੋਲੇ, ਜਿਹਨੂੰ ਉਹ ਪੰਜਾਬੀ 'ਚ ਨਾ ਬੜਾ ਸ਼ਬਦ ਬੜਾ ਖਰਾਬ ਜਿਹਾ, ਉਹਨੂੰ ਬੇਰੜਾ ਕਹਿੰਦੇ ਸੀ। ਅੱਛਾ, ਉਹ ਬੇਰੜੇ ਦੀ ਰੋਟੀ ਬਾਈ ਜੀ ਖਾਧੀ ਜਾਂਦੀ ਸੀ। ਤੇ ਜਿਹੜੀ ਕਣਕ, ਸੱਚੀ ਗੱਲ ਹੈ ਕਿ ਕਣਕ ਜਿਹੜੀ ਸੀ ਨਾ, ਜਿੱਥੇ ਜਿੱਥੇ ਵੀ ਦੁਨੀਆ ਤੇ ਕਣਕ ਜਾਂ ਕਣਕ ਦੀ ਬ੍ਰੈਡ ਖਾਧੀ ਜਾਂਦੀ ਹੈ ਨਾ, ਉੱਥੇ ਉੱਥੇ ਹੀ ਸਮੱਸਿਆਵਾਂ, ਉੱਥੇ ਉੱਥੇ ਹੀ ਕੋਲੈਸਟਰੋਲ ਹੈ, ਉੱਥੇ ਹਾਰਟ ਜਿਹੜੀ ਡਾਇਬਟੀ ਹੈ। ਸੋ ਜਦੋਂ ਅਸੀਂ ਮੋਨੋਕਲਚਰ ਚੋਂ ਨਿਕਲਾਂਗੇ, ਝੋਨੇ ਤੇ ਕਣਕ ਦੇ ਮੋਨੋਕਲਚਰ ਵਿੱਚੋਂ ਨਿਕਲਾਂਗੇ, ਕਿਊਬਾ ਵਾਲਿਆਂ ਨੇ ਫੀਡਲ ਕਾਸਟਰੋ ਔਰ ਨੈਸਟੋ ਚੀ ਗਵੇਰਾ, ਉਹਨਾਂ ਨੇ ਜਦੋਂ ਅਮਰੀਕਾ ਨਾਲ ਉਹਨਾਂ ਦੀ ਲੜਾਈ ਹੋਈ ਤਾਂ ਉਸ ਤੋਂ 1956 ਤੋਂ ਬਾਅਦ ਉੱਥੇ ਸੀਡ ਨਹੀਂ ਗਏ। ਅੱਜ ਵੀ ਜਿਹੜੀ ਉੱਥੇ ਮਿਲਟਸ ਦੀ ਖੇਤੀ, ਹੋਰ ਇਸ ਤਰ੍ਹਾਂ ਦੀ ਜਿਹੜੀ ਮੋਨੋਕਲਚਰ ਦੀ ਖੇਤੀ ਨਹੀਂ ਕੀਤੀ ਜਾਂਦੀ। ਹੇਰ ਸਾਹਿਬ, ਹੋਰ ਤੁਸੀਂ ਜਾਂਦੇ ਜਾਂਦੇ ਅਸੀਂ ਤੁਹਾਨੂੰ ਦੇ ਨਹੀਂ ਕੋਈ ਸਕਦੇ, ਪ੍ਰਵਾਸੀ ਤੁਹਾਡੇ ਲਈ ਸ਼ੁਭ ਚਿੰਤਕ ਨੇ। ਅਸੀਂ ਇੱਥੇ ਬੈਠੇ ਕੀ ਸੁਨੇਹਾ ਤੁਹਾਡਾ ਕਿੱਦਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਅਸੀਂ ਇਸ ਵਿੱਚ ਕੀ ਆਪਣਾ ਹਿੱਸਾ ਪਾ ਸਕਦੇ ਹਾਂ? ਜੋ ਕਿਤੇ ਨਾ ਕਿਤੇ ਸ਼ੁਰੂ ਕਰਨਾ ਪਏਗਾ, ਕੁਛ ਨਾ ਕੁਛ ਤਾਂ ਭਾਵੇਂ ਥੋੜ੍ਹੀ ਬਹੁਤੀ ਵੀ ਤੁਸੀਂ ਸ਼ੁਰੂਆਤ ਕੀਤੀ ਆ, ਇਹ ਕਾਫਲਾ ਵੱਡਾ ਹੋ ਸਕਦਾ ਜੇ ਇਸ ਦੇ ਉੱਤੇ ਆਪਾਂ ਹਰ ਹਫ਼ਤੇ ਜਦੋਂ ਵੀ ਕਿਸੇ ਨਾਲ ਗੱਲ ਕਰੀਏ, ਨਾਲ ਸੋਸ਼ਲ ਮੀਡੀਆ ਹੈ, ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਗੱਲ ਕੀਤੀ ਜਾਵੇ ਤਾਂ ਇਹ ਲੋਕਾਂ ਤੱਕ ਮੈਸੇਜ ਪਹੁੰਚ ਸਕਦਾ ਹੈ ਤੇ ਬਦਲਾਅ ਤਾਂ ਲਿਆਉਣਾ ਹੀ ਪਏਗਾ। ਜੇ ਅਸੀਂ ਝੋਨੇ ਕਣਕ ਤੋਂ ਬਾਹਰ ਨਹੀਂ ਨਿਕਲਦੇ ਤਾਂ ਕੀ ਹਾਲ ਹੋਏਗਾ ਪੰਜਾਬ ਦਾ? ਪਿਛਲੇ 3 ਦਹਾਕਿਆਂ ਵਿੱਚ ਆਪਾਂ ਦੇਖ ਹੀ ਲਿਆ ਕੀ ਬਣਿਆ ਤੇ ਅਗਲੇ 10-15 ਸਾਲ ਦੇ ਵਿੱਚ ਕੀ ਵਾਪਰੇਗਾ। ਖਤਮ ਹੋ ਜਾਏਗਾ ਸਾਰਾ ਕੁਝ ਜੇ ਹੁਣ ਨਾ ਬਦਲਿਆ ਤਾਂ। ਬਿਲਕੁਲ 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 ਜੀ, ਬਿਲਕੁਲ। ਪ੍ਰਵਾਸ ਬਸਦੇ ਪੰਜਾਬੀਆਂ ਨੇ ਜੋ ਮੇਰੇ ਲਈ ਕੀਤਾ ਹੈਗਾ, ਜੋ ਮੈਨੂੰ ਇਹਨਾਂ ਨੇ ਹੌਸਲਾ ਅਫਜ਼ਾਈ ਕੀਤੀ, ਮੇਰੇ ਕੋਲ ਸ਼ਬਦ ਨਹੀਂ ਹੈਗੇ। ਬੜਾ ਔਖਾ ਸਮਾਂ ਮੇਰੇ ਤੇ ਗੁਜ਼ਰਿਆ ਹੈਗਾ ਕਿ ਮੈਂ ਤਰਸਦਾ ਹੁੰਦਾ ਸੀ, ਕਿਉਂਕਿ ਮੈਨੂੰ ਇਹ ਗੱਲ ਕਹਿ ਦੇਵੇ ਕਿ ਨਹੀਂ ਹਿੰਮਤ ਨਾ ਹਾਰ, ਤੂੰ ਲੱਗਿਆ ਰਹਿ ਤੇ ਤੂੰ ਕਾਮਯਾਬ ਹੋਏਗਾ। ਮੈਂ ਇਹ ਸ਼ਬਦ ਸੁਣਨ ਨੂੰ ਤਰਸਦਾ ਹੁੰਦਾ ਸੀ। ਮੈਨੂੰ ਜਿਹਨੇ ਮਿਲਣਾ, ਕਿਸੇ ਨੇ ਪਿੰਡ ਦੇ ਵਿੱਚੋਂ ਲੰਘੇ ਜਾਂਦੇ ਨੇ ਕਹਿਣਾ, ਓਏ ਆਏ ਖੇਤੀ ਹੋ ਜੂਗੀ, ਯੂਰੀਆ ਨਹੀਂ ਪਾਏਗਾ, ਆਏ ਹੋ ਜੂਗੀ, ਆਏ ਕਿਵੇਂ ਹੋ ਜੂਗੀ, ਤਾਂ ਦੇਖਿਆ ਨਹੀਂ ਚੜਦੇ ਲੈਂਦੇ ਵੀ ਆਏ ਖੇਤੀ ਹੁੰਦੀ। ਹਰ ਕਿਸੇ ਨੇ ਡੀਮੋਰਲਾਈਜ਼ ਕੀਤਾ, ਹਰ ਕਿਸੇ ਨੇ। ਤਾਂ ਮੈਨੂੰ ਇੱਥੋਂ ਹੀ ਇੱਕ ਜਿਹੜੀ ਸੀਗੀ ਨਾ ਠੰਡੀ ਹਵਾ ਮੈਨੂੰ ਇੱਧਰਲੇ ਪਾਸਿਓਂ ਹੀ ਆਉਂਦੀ ਸੀ ਤੇ ਇੱਥੋਂ ਲੋਕਾਂ ਨੇ ਕੋਈ ਵਿਜ਼ਿਟ ਕਰਨਾ ਮੇਰੇ ਫਾਰਮ ਦੇ ਉੱਪਰ, ਮੈਨੂੰ ਹੌਸਲਾ ਦੇਣਾ, ਤਾਂ ਮੈਂ ਤਾਂ ਹਮੇਸ਼ਾ ਸ਼ੁਕਰਗੁਜ਼ਾਰ ਹੁੰਦਾ ਹੈ ਆਪਣੇ ਭਰਾਵਾਂ ਦਾ ਕਿ ਜਿਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ, ਮੈਨੂੰ ਹੌਸਲਾ ਦਿੱਤਾ ਤੇ ਮੈਂ ਅੱਜ ਖੜਾ ਹੋਇਆ ਉੱਠ ਕੇ। ਤੇ ਮੇਰੀ ਆਪਣੀ ਆਵਾਜ਼ ਜਿੰਨੀ ਲੱਗਦੀ ਰਹਿੰਦੀ ਹੈ, ਮੈਂ ਲਾਉਂਦਾ ਰਹਿਣਾ ਸੋਸ਼ਲ ਮੀਡੀਆ ਦੇ ਉੱਪਰ, ਮੈਂ ਲਿਖਦਾ ਰਹਿਣਾ ਹੈਗਾ। ਮੈਂ ਪਿਛਲੇ 50-60 ਸਾਲਾਂ ਦੇ ਵਿੱਚ ਬਿਨਾਂ ਇਸ ਆਪਣੇ ਸਬਜੈਕਟ ਤੋਂ ਕਿਤੇ ਹੋਰ ਪੋਸਟ ਬਾਰੇ ਕਿਤੇ ਕੋਈ ਗੱਲ ਵੀ ਨਹੀਂ ਕੀਤੀ, ਸਿਰਫ ਇਸ ਮੂਵਮੈਂਟ ਬਿਲਡ ਕਰਨ ਵਾਸਤੇ, ਲੋਕਾਂ ਨੂੰ ਹੌਸਲਾ ਦੇਣ ਵਾਸਤੇ। ਮੇਰੇ ਕੋਲ ਲੋਕ ਵਿਜ਼ਿਟ ਕਰਦੇ, ਮੈਂ ਅੱਜ ਵੀ ਸਾਰਾ ਦਿਨ ਮੇਰਾ ਗੱਲ ਬੈਠ ਜਾਂਦਾ ਬੋਲਦੇ ਬੋਲਦੇ ਦਾ। ਅੱਜ 40-50 ਲੋਕਾਂ ਨੂੰ ਰੋਜ਼ ਅਟੈਂਡ ਕਰਦਾ ਹੈਗਾ ਮੈਂ, ਤੇ ਉਹਨਾਂ ਨੂੰ ਸਾਰਾ ਦਿਨ ਬੋਲਦਾ ਹੈਗਾ, ਉਹਨਾਂ ਨੂੰ ਹੌਸਲਾ ਦਿੰਦਾ, ਯਾਰ ਹਿੰਮਤ ਨਾ ਹਾਰੋ, ਲੱਗੋ। ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ, ਇਹਦੇ ਵਿੱਚ ਯੀਲਡ ਨਹੀਂ ਘਟਦੀ। ਯੀਲਡ ਜੇ ਝਾੜ ਘਟਦਾ ਤਾਂ 1-2 ਫਸਲਾਂ ਦੇ ਵਿੱਚ ਦਿੱਕਤ ਹੈਗੀ, ਕੱਲੀ ਕਣਕ 'ਚ ਸਮੱਸਿਆ ਹੈਗੀ, ਬਾਕੀ ਸਾਰੀਆਂ ਫਸਲਾਂ ਦੇ ਵਿੱਚ ਤਾਂ ਝਾੜ ਸਾਡਾ ਕਈਆਂ ਦੇ ਵਿੱਚ ਤਾਂ ਅੱਗੇ ਚੱਲ ਰਿਹਾ ਹੈਗਾ। ਜਿਹੜੀ ਤੁਸੀਂ ਬਰਸੀਮ ਦੀ ਗੱਲ ਕੀਤੀ ਹੈ, ਇਸ ਵਾਰੀ ਦਾ ਬਰਸੀਮ ਤਾਂ ਮੇਰਾ ਉਸ ਤੋਂ ਵੀ ਰਿਕਾਰਡ ਤੋੜ ਹੈਗਾ। ਸਾਰੇ ਪਿੰਡ ਦੇ ਵਿੱਚ ਕਿਸੇ ਦੇ ਬਰਸੀਮ ਨਹੀਂ ਹੋਇਆ। ਲੋਕ ਯੂਰੀਆ ਪਾ ਹੰਬ ਗਏ ਜਮਾਂ, ਕਿਸੇ ਦੇ ਬਰਸੀਮ ਨਹੀਂ ਹੋਇਆ। ਜਿਹੜਾ ਆ ਕੇ ਫਾਰਮ ਤੇ ਦੇਖਦਾ ਉਹਦੀਆਂ ਅੱਖਾਂ ਖੜੀਆਂ ਰਹਿ ਜਾਂਦੀਆਂ, ਬਰਸੀਮ ਕਮਾਲ ਦਾ ਬਰਸੀਮ ਹੋਇਆ ਪਿਆ, ਐਡਾ ਵਧੀਆ ਹੋ ਜਾਂਦਾ। ਕੁਦਰਤੀ ਖੇਤੀ ਦੇ ਵਿੱਚ ਝਾੜ ਨਹੀਂ ਘਟਦਾ, ਕੁਦਰਤੀ ਖੇਤੀ ਦੇ ਵਿੱਚ ਝਾੜ ਪੂਰਾ। ਥੋੜੀ ਜਿਹੀ ਸਟਰਗਲ ਸਾਨੂੰ ਹੈਗੀ ਕਿ ਅਸੀਂ ਸੋਇਲ ਖਰਾਬ ਕਰ ਲਈ, ਸੋਇਲ ਦੇ ਵਿੱਚ ਕਾਰਬਨ ਕੰਟੈਂਟ ਖਤਮ ਕਰਤਾ। ਉਹਨੂੰ ਸੋਇਲ ਨੂੰ ਬਣਾਉਣ ਵਾਸਤੇ ਥੋੜਾ ਜਿਹਾ ਸਮਾਂ ਲੱਗਣਾ ਹੈਗਾ। ਤੇ ਬਾਈ ਜੀ ਜਦੋਂ ਮਾਲਵੇ ਨਾ ਹਾਰੋ, ਤਕੜੀ ਹੋ ਕੇ ਲੱਗੋ। ਤੇ ਇਹਦੇ ਵਿੱਚ ਬਹੁਤ ਵਧੀਆ ਕੀਤਾ ਤੁਸੀਂ। ਇੱਕ ਗੱਲ ਤਾਂ ਚਰਚਾ ਤਾਂ ਸ਼ੁਰੂ ਹੋਈ ਆ ਨਾ, ਇਹਦੀ ਚਰਚਾ ਸ਼ੁਰੂ ਹੋਣੀ ਚਾਹੀਦੀ ਹੈਗੀ ਆ। ਜਦੋਂ ਚਰਚਾ ਸ਼ੁਰੂ ਹੋ ਜਾਵੇ ਫਿਰ ਰਸਤੇ ਵੀ ਨਿਕਲੇ ਆਉਂਦੇ ਹੈਗੇ ਆ। ਇਸ ਤੋਂ ਪਹਿਲਾਂ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਸੀ, ਕੋਈ ਗੱਲ ਕਰਦਾ ਹੀ ਨਹੀਂ ਸੀਗਾ ਕਿ ਇਹ ਤਾਂ ਹੋ ਹੀ ਨਹੀਂ ਸਕਦਾ। ਤਾਂ ਇਸ ਕਰਕੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਮੁੱਦੇ ਦੇ ਉੱਪਰ, ਇਸ ਬੜੀ ਜ਼ਰੂਰਤ ਸੀ ਇਸ ਪੰਜਾਬ ਨੂੰ, ਇਸ ਮੁੱਦੇ ਦੇ ਉੱਪਰ ਇੱਕ ਗੱਲ ਸ਼ੁਰੂ ਕੀਤੀ ਹੈਗੀ ਹੈ। ਤਾਂ ਹੌਲੀ ਹੌਲੀ ਇਹ ਗੱਲ ਹੋਰ ਅੱਗੇ ਵਧੂਗੀ। ਦੇਖੋ, ਇੱਕ ਛੋਟੀ ਜੀ ਨਾ ਤਬਦੀਲੀ ਹੇਰ ਸਾਹਿਬ ਹੋਰ ਆਈ ਹੈ ਕਿ ਸਾਨੂੰ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਬਾਈ ਜੀ ਅਸੀਂ ਆਰਗੈਨਿਕ ਫੂਡ ਖਾਣਾ ਚਾਹੁੰਦੇ ਹਾਂ। ਬਾਹਰ ਇੱਥੇ ਇੱਕ ਸਾਡੇ ਹੈਗੇ ਭਾਈ ਸਾਹਿਬ, ਉਹਨਾਂ ਦੇ 15 ਸਟੋਰ ਨੇ ਇੱਥੇ। ਉਹ ਕਹਿੰਦੇ ਜੀ ਸਾਨੂੰ ਦੱਸੋ ਵੀ ਪ੍ਰੋਡਿਊਸਰ ਕੌਣ ਹੈ ਪੰਜਾਬ 'ਚ, ਅਸੀਂ ਤੁਹਾਡੀ ਸਾਰੀ ਪ੍ਰੋਡਿਊਸ ਇੱਥੇ ਲਿਆ ਕਰਾਂਗੇ ਔਰ ਜਿਹੜਾ ਫਾਰਮਰ ਹੈ ਉਹਨੂੰ ਵਧੀਆ ਪੈਸੇ ਮਿਲਣਗੇ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਅਸੀਂ ਉਹਨੂੰ ਐਕਸਪੋਜ਼ ਕਰਾਂਗੇ। ਇਹ ਚੰਗਾ ਸ਼ੁਭ ਸੰਕੇਤ ਹੈ ਕਿ ਲੋਕਾਂ ਨੂੰ ਘੱਟੋ ਘੱਟ ਇੱਛਾ ਤਾਂ ਹੋਈ ਕਿ ਅਸੀਂ ਸਾਡੀ ਰਸੋਈ ਜ਼ਹਿਰ ਮੁਕਤ ਹੋ ਜੇ,
ਸਾਡੀ ਰਸੋਈ ਅਸੀਂ ਬੱਚਿਆਂ ਨੂੰ ਜ਼ਹਿਰ ਵਾਲਾ ਖਾਣਾ ਨਾ ਖਵਾਈਏ। ਆਰਗੈਨਿਕ ਫੂਡ ਜਿਹੜਾ ਨਾ ਉਹਦਾ ਟੇਸਟ ਆਪਣਾ ਤੁਸੀਂ ਖਾਂਦੇ ਆ, ਤੁਹਾਨੂੰ ਨੈਕਸਟ ਟਾਈਮ ਤੁਸੀਂ ਜੋ ਇੱਕ ਵਾਰੀ ਖਾ ਲਿਆ ਤਾਂ ਫਿਰ ਦੁਬਾਰਾ ਤੁਸੀਂ ਉਹੀ ਲੱਭਦੇ ਹੋ। ਇੱਕ ਦੂਸਰੀ ਗੱਲ ਇੱਕ ਹੋਰ ਆਪਣਾ ਹੇਰ ਸਾਹਿਬ, ਸਾਡੇ ਅਸੀਂ ਕੈਨੇਡਾ 'ਚ ਜੇ ਚਾਹੀਏ ਵੀ ਨਾ, ਅਸੀਂ -20 ਟੈਂਪਰੇਚਰ ਸੀ ਕੱਲ, ਅਸੀਂ ਚਾਹੀਏ ਤਾਂ ਅਸੀਂ ਕੁਦਰਤੀ ਗਾਵਾਂ ਰੱਖ ਹੀ ਨਹੀਂ ਸਕਦੇ। ਨਹੀਂ ਰੱਖ ਸਕਦੇ। ਔਰ ਸਾਨੂੰ ਜੇ ਅਸੀਂ ਕਿਸੇ ਨੇ A2 ਜਾਂ ਜਿਹੜਾ ਓਰੀਜਨਲ ਗਾਵਾਂ ਦਾ ਘਿਓ ਖਾਣਾ ਤਾਂ ਸਾਨੂੰ ਤੁਹਾਡੇ ਵੱਲ ਝਾਕਣਾ ਪੈਣਾ ਹੈ। এনवायरमेंट ਬੜੀ ਵਧੀਆ ਪੰਜਾਬ ਦਾ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਨਾ ਕੋਈ ਲਾਈਨ ਪੰਜਾਬ ਦੇ ਲੋਕ ਉੱਠਣ, ਉਹ ਵਧੀਆ ਫੂਡ ਪ੍ਰੋਡਿਊਸ ਕਰਕੇ ਇੱਥੇ ਦੇਣ ਸਾਨੂੰ, ਔਰ ਸਾਡੇ ਅਸੀਂ ਬਾਹਰ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਮਾਰਕੀਟ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ। ਔਰ ਅੰਤ ਦੇ ਵਿੱਚ ਫਿਰ ਤੁਹਾਡੇ ਕੋਲੇ 2 ਮਿੰਟ 'ਚ ਤੁਸੀਂ ਸਾਨੂੰ ਸੁਨੇਹਾ ਕੋਈ ਕੀ ਕਹਿਣਾ ਚਾਹੁੰਦੇ ਹੋ, ਸਾਨੂੰ ਕੋਈ ਸਾਨੂੰ ਟਿਪ ਦੇ ਕੇ ਜਾਓ ਜੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਇੱਕ ਵਾਰ ਛੋਟੇ ਮਾਡਲ ਖੜੇ ਹੋ ਜਾਣ, ਜਿਹੜਾ ਹੈਗਾ ਕੁਛ ਮੇਰੇ ਵਰਗੇ ਲੋਕ ਹਰ ਪਹਿਲਾਂ ਜ਼ਿਲ੍ਹੇ ਦੇ ਬਲਾਕ ਦੇ ਵਿੱਚ ਖੜੇ ਹੋ ਜਾਣ। ਜ਼ਿਲ੍ਹਿਆਂ ਦੇ ਵਿੱਚ ਤਾਂ ਬੈਠੇ ਹੈਗੇ ਸਾਡੇ ਸਾਥੀ ਹੈਗੇ ਨੇ, ਕਰਦੇ ਨੇ, ਬਹੁਤ ਹੈਗੇ, ਤੇ ਬਲਾਕ ਲੈਵਲ ਦੇ ਉੱਪਰ ਹੋ ਜਾਣ, ਫਿਰ ਪਿੰਡ ਦੇ ਵਿੱਚ ਇੱਕ ਹੋ ਜਾਣ, ਇਸ ਤਰ੍ਹਾਂ ਖੜੇ ਹੋਣ। ਤੇ ਮਾਰਕੀਟਿੰਗ ਦੀ ਕੋਈ ਦਿੱਕਤ ਨਹੀਂ ਹੈ। ਮੈਂ ਕਿਸਾਨ ਵੀਰਾਂ ਨੂੰ ਵੀ ਇਹ ਕਹਿਣਾ ਚਾਹੂੰਗਾ, ਤੁਸੀਂ ਸਬਰ ਤੇ ਰਹਿੰਦੇ ਹੋ, ਆਪਣੇ ਸਿਦਕ ਤੇ ਰਹਿੰਦੇ ਹੋ ਤਾਂ ਮਾਰਕੀਟਿੰਗ ਕੋਈ ਇਸ਼ੂ ਨਹੀਂ ਹੈ, ਬਸ਼ਰਤੇ ਕਿ ਤੁਸੀਂ ਇੱਕ ਫਸਲ ਵਾਲੀ ਪ੍ਰਣਾਲੀ ਨਾ ਬੋਲੋ। ਕਈ ਵਾਰ ਸਾਡੇ ਸਾਥੀ ਇਸ ਤਰ੍ਹਾਂ ਦੇ ਵੀ ਹੈਗੇ ਆ ਕਿ ਝੋਨਾ ਕਣਕ ਦੀ ਆਰਗੈਨਿਕ ਖੇਤੀ ਕਰਨ ਲੱਗ ਪੈਂਦੇ ਆ, ਤਾਂ ਉਹ ਤਾਂ ਟੋਟਲੀ ਗਲਤ ਹੈਗਾ ਤੇ ਸਾਨੂੰ ਬਾਇਓਡਾਇਵਰਸਿਟੀ ਰੱਖਣੀ ਪੈਣੀ ਹੈਗੀ ਆ। ਤੁਸੀਂ ਕਿਸੇ ਵੀ ਚੀਜ਼ ਨੂੰ ਵੱਡੇ ਪੱਧਰ ਤੇ ਨਾ ਲਾਓ, ਕਿਸੇ ਵੀ ਚੀਜ਼ ਨੂੰ। ਮੇਰੇ ਖੇਤ 'ਚ ਇੰਨੇ ਤਰ੍ਹਾਂ ਦੀਆਂ ਫਸਲਾਂ, ਇੰਨੇ ਤਰ੍ਹਾਂ ਦਾ ਫਰੂਟ ਹੋ ਜਾਂਦਾ ਹੈਗਾ, ਮੈਂ ਕੁਛ ਵੀ ਵੱਡੇ ਪੱਧਰ ਤੇ ਨਹੀਂ ਲਾਇਆ। ਇਸ ਵਾਰੀ ਕਿੰਨੂ ਲੋਕਾਂ ਦਾ ਰੁਲਿਆ ਫਿਰਦਾ ਰਿਹਾ, 9-10 ਰੁਪਏ ਕਿੰਨੂ ਹੋਇਆ, ਮੈਂ 35 ਰੁਪਏ ਕਿੰਨੂ ਸੇਲ ਕੀਤਾ ਹੈਗਾ, ਨਫਰੇ ਨਾਲ ਕੀਤਾ ਹੈਗਾ। ਤਾਂ ਜਦੋਂ ਤੁਸੀਂ ਜੇ ਇਹੀ ਮੇਰੇ ਕੋਲ ਕਿੰਨੂ 2 ਏਕੜ 'ਚ ਲੱਗਿਆ ਹੁੰਦਾ ਤਾਂ ਮੇਰਾ ਵੀ ਨਹੀਂ ਵਿਕਣਾ ਸੀ, ਚਾਹੇ ਆਰਗੈਨਿਕ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੱਡੇ ਪੱਧਰ ਤੇ ਲਾਉਂਦੇ ਹੋ ਤਾਂ ਤੁਹਾਨੂੰ ਮਾਰਕੀਟਿੰਗ ਪ੍ਰੋਬਲਮ ਉਦੋਂ ਆਉਂਦੀ ਹੈ। ਜੇ ਤੁਸੀਂ ਥੋੜੀ ਚੀਜ਼ਾਂ ਲਾਓਗੇ ਤਾਂ ਤੁਹਾਨੂੰ ਉਹਦੀ ਪ੍ਰੋਬਲਮ ਨਹੀਂ ਆਉਂਦੀ। ਮਾਰਕੀਟਿੰਗ ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਬਸ਼ਰਤੇ ਕਿ ਤੁਸੀਂ ਆਪਣੇ ਸਿਦਕ ਤੇ ਰਹਿੰਦੇ ਹੋ ਤੇ ਸਬਰ ਦੇ ਨਾਲ ਰਹਿੰਦੇ ਹੋ। ਸੋ ਤੁਸੀਂ ਨਾ ਹੇਰ ਸਾਹਿਬ ਕੋਈ ਨਹੀਂ ਹੈ ਜੀ, ਦਰਅਸਲ ਤਾਂ ਇੱਕ ਹੀ ਹੈਗਾ ਕਿ ਸਾਨੂੰ ਖੇਤੀ ਦਾ ਮਾਡਲ ਬਦਲਣਾ ਪੈਣਾ ਹੈ। ਇਹ ਮਾਡਲ ਇਕੱਲਾ ਸਰਕਾਰਾਂ ਦੇ ਬਸ ਨਹੀਂ ਹੈਗਾ। ਜੇ ਅਸੀਂ ਕਹੀਏ ਕਿ ਇਕੱਲੀਆਂ ਸਰਕਾਰਾਂ ਕਰਦੇ ਨਹੀਂ ਆ, ਸਾਨੂੰ ਹਿੰਮਤ ਆਪ ਨੂੰ ਹੀ ਕਰਨੀ ਪੈਣੀ ਹੈਗੀ ਹੈ। ਤਾਂ ਸਾਨੂੰ ਹੀ ਆਪਣੇ ਰਾਹ ਲੱਭਣੇ ਪੈਣੇ, ਆਪਣੇ ਰਾਹ ਤਲਾਸ਼ਣੇ ਪੈਣੇ ਹੈਗੇ ਆ। ਥੈਂਕ ਯੂ ਹੇਰ ਸਾਹਿਬ। ਹੇਰ ਸਾਹਿਬ, ਰਸਤਾ ਔਖਾ ਲੱਗਦਾ ਹੈ, ਜ਼ਰੂਰ ਹੈ, ਪਰ ਨਾਮੁਮਕਿਨ ਨਹੀਂ ਹੈ। ਇਹ ਨਹੀਂ ਹੈ ਕਿ ਹੋ ਨਹੀਂ ਸਕਦਾ, ਸਭ ਕੁਝ ਹੋ ਸਕਦਾ ਹੈਗਾ। ਸਾਨੂੰ ਤਾਂ ਕੁਦਰਤ ਸਾਡੇ ਤੇ ਮਿਹਰਬਾਨੀ ਬਹੁਤ ਹੈਗੀ ਹੈ, ਸਾਨੂੰ ਤਾਂ ਐਡਾ ਵਧੀਆ ਰੁੱਤਾਂ, ਮੌਸਮ, ਮਿੱਟੀ ਦਿੱਤੀ ਹੋਈ ਹੈ ਉਸ ਕੁਦਰਤ ਨੇ। ਸੋ ਇਹੀ ਹੈ ਜੀ, ਹੋਰ ਕੋਈ ਰਸਤਾ ਨਹੀਂ ਹੈ। ਹੇਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਕਰਾਂਗੇ ਅਗਲੇ ਹਫਤੇ ਤੁਹਾਡੇ ਨਾਲ ਅਸੀਂ ਫਿਰ ਦੁਬਾਰਾ ਹੇਰ ਸਾਹਿਬ ਆਪਾਂ ਹੁਣ ਜੁੜਦੇ ਰਵਾਂਗੇ। ਸਾਡੇ ਸਰੋਤਿਆਂ ਨੂੰ ਸਾਨੂੰ ਤੁਹਾਡੀ ਮਤਲਬ ਉਡੀਕ ਰਹਿਣੀ ਹੈ, ਔਰ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਇਹ ਸਨ ਕਮਲਜੀਤ ਸਿੰਘ ਹੇਰ, ਆਰਗੈਨਿਕ ਖੇਤੀ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਹਫ਼ਤਾ ਜਾਂ ਹਰ ਹਫ਼ਤੇ ਇਹਨਾਂ ਨਾਲ ਜੋ ਗੱਲਬਾਤ ਕਰੀਏ। ਸੁਰਜੀਤ ਸਿੰਘ ਜੀ, ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਨਹੀਂ ਜੀ, ਆਪਾਂ ਇਕੱਠੇ ਹੀ ਚੱਲੇ ਹਾਂ ਜੀ, ਤੇ ਤੁਹਾਡਾ ਧੰਨਵਾਦ ਸਗੋਂ ਤੁਸੀਂ ਸਟੂਡੀਓ 'ਚ ਸਾਨੂੰ ਖੁੱਲ੍ਹਾ ਸਮਾਂ ਦਿੰਦੇ ਹੋ। ਨੋ ਪ੍ਰੋਬਲਮ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹ ਸੀ ਸਾਂਝਾ ਪੰਜਾਬ। ਸਾਂਝਾ ਪੰਜਾਬ ਤੁਸੀਂ ਰੇਡੀਓ ਸੈਚਰਡੇ ਸੰਡੇ 2 ਦਿਨ ਸੁਣਦੇ ਹੋ, TV ਹਰ ਰੋਜ਼ ਅਸੀਂ ਤੁਹਾਡੇ ਲਾਈਵ ਹੁੰਦੇ ਹਾਂ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਵੀ ਗੱਲ ਕਰਨੀ ਤਾਂ 4164197777। ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖਾ। ਖੁਸ਼ ਰਿਹਾ ਕਰੋ, ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਕੋਸ਼ਿਸ਼ ਜ਼ਰੂਰ ਕਰਿਆ ਕਰੋ, ਪਰ ਕੰਮ ਹੀ ਬੜਾ ਔਖਾ। ਸਤਿ ਸ਼੍ਰੀ ਅਕਾਲ ਜੀ।